ਤੁਹਾਡੇ ਜ਼ਬਰਦਸਤੀ ਕਰੋਨਾ ਦਾ ਟੀਕਾ ਨਹੀਂ ਲਾਇਆ ਜਾ ਸਕਦਾ। ਪੰਜਾਬ ਦੇ ਵਿੱਚ ਹੁਣ 14 ਫਰਵਰੀ ਨੂੰ ਵੋਟਾਂ ਨਹੀਂ ਪੈਣਗੀਆਂ। ਸਿਆਸਤਦਾਨ ਕਿਵੇਂ ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਰਹੇ ਨੇ ਸ਼ਬਦਾਂ ਦੇ ਰਾਹੀਂ। ਵਿਸ਼ਵ ਬੈਂਕ ਕਹਿ ਰਿਹਾ ਹੈ ਕਿ ਸਕੂਲ ਬੰਦ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਕਰੋਨਾ ਵਿੱਚ। ਪੰਜਾਬ ਸਰਕਾਰ ਕਹਿ ਰਹੀ ਹੈ 25 ਤਰੀਕ ਤੱਕ ਹੋਰ ਸਕੂਲ ਕਾਲਜ ਬੰਦ ਰਹਿਣਗੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਨੂੰ ਪਹਿਲਾਂ ਦੱਸਦੇ ਹਾਂ ਸ਼ੁੱਕਰਵਾਰ ਦੀ ਲੋਕ ਰਾਏ ਦਾ ਨਤੀਜਾ ਤੇ ਫਿਰ ਖਬਰਾਂ ਵਿਸਥਾਰ 'ਚ ਦੱਸਾਂਗੇ। ਲੋਕ ਰਾਏ ਸੀ ਮਾਨਸਾ ਦੇ ਵਿੱਚ ਟਕਸਾਲੀ ਕਾਂਗਰਸੀ ਸਿੱਧੂ ਮੂਸੇਵਾਲੇ ਦਾ ਤਿੱਖਾ ਵਿਰੋਧ ਕਰ ਰਹੇ ਨੇ ਕਿ ਦਹਾਕਿਆਂ ਤੋਂ ਕਾਂਗਰਸ ਨਾਲ ਜੁੜ ਕੇ ਲੋਕਾਂ ਲਈ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਛੱਡ ਕੇ ਇੱਕ ਗਾਇਕ ਨੂੰ ਟਿਕਟ ਨਹੀਂ ਦੇਣ ਦਿਆਂਗੇ। ਹਾਲਾਂਕਿ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲ ਚੁੱਕੀ ਹੈ। ਤਾਂ ਇਹ ਜਿਹੜਾ ਵਿਰੋਧ ਸੀ ਉਹਦੇ ਨਾਲ ਸਾਡੇ 85% ਦਰਸ਼ਕ ਸਹਿਮਤ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸਿੱਧੂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਸੀ, ਜਦਕਿ 15% ਅਸਹਿਮਤ ਵੀ ਨੇ। ਅੱਜ ਦੀ ਲੋਕ ਰਾਏ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਉਹਦੀ ਇੱਛਾ ਦੇ ਵਿਰੁੱਧ ਵੈਕਸੀਨ ਲਵਾਉਣ ਦੇ ਲਈ, ਟੀਕਾ ਲਵਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਤੁਸੀਂ ਹੁਣ ਇੱਥੇ ਇਹ ਦੱਸਣਾ ਹੈ ਕਿ ਕੀ ਤੁਹਾਨੂੰ ਕੋਈ ਮਜਬੂਰ ਕਰਦਾ ਹੈ। ਅਸੀਂ ਤੁਹਾਡੇ ਕਮੈਂਟ ਪੜਾਂਗੇ ਤੇ ਸਰਕਾਰ ਤੱਕ ਜ਼ਰੂਰ ਗੱਲ ਪਹੁੰਚਾਵਾਂਗੇ ਕਿਹੜੇ ਵਿਭਾਗ ਦੇ ਵਿੱਚ ਕੌਣ ਕਿਹਨੂੰ ਮਜਬੂਰ ਕਰ ਰਿਹਾ ਹੈ, ਕਿਉਂਕਿ ਅਜਿਹਾ ਹੋ ਰਿਹਾ ਹੈ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਇਹ ਅਹਿਮ ਬਿਆਨ ਹੈ ਉਸ ਦੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ। ਸੈਂਟਰ ਸਰਕਾਰ ਨੇ, ਮੋਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਕੋਵਿਡ ਨੂੰ ਲੈ ਕੇ, ਉਹਦੇ ਵਿੱਚ ਦੱਸਿਆ ਕਿ ਕੋਵਿਡ-19 ਵਿਰੋਧੀ ਜਿਹੜਾ ਟੀਕਾਕਰਨ ਹੈ ਉਹਦੇ ਸੰਬੰਧੀ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਵਿੱਚ ਕਿਸੇ ਵਿਅਕਤੀ ਦੀ ਮਰਜ਼ੀ ਤੋਂ ਬਿਨਾਂ ਜਬਰੀ ਉਸ ਦਾ ਟੀਕਾਕਰਨ ਨਹੀਂ ਕੀਤਾ ਜਾਏਗਾ। ਅੰਗਹੀਣ ਵਿਅਕਤੀਆਂ ਨੂੰ ਟੀਕਾਕਰਨ ਪ੍ਰਮਾਣ ਪੱਤਰ ਦਿਖਾਉਣ ਦੇ ਨਿਯਮ ਦੇ ਵਿੱਚ ਛੋਟ ਦੇਣ ਸੰਬੰਧੀ ਕੇਂਦਰ ਨੇ ਕਿਹਾ ਸੀ ਕਿ ਅਸੀਂ ਕੋਈ ਅਜਿਹੀ ਹਦਾਇਤ ਜਾਰੀ ਨਹੀਂ ਕੀਤੀ ਹੈ ਜਿਸ ਤਹਿਤ ਕਿਸੇ ਵੀ ਕੰਮ ਲਈ ਟੀਕਾਕਰਨ ਪ੍ਰਮਾਣ ਪੱਤਰ ਦਿਖਾਉਣਾ ਜ਼ਰੂਰੀ ਕੀਤਾ ਗਿਆ ਹੋਵੇ। ਕੇਂਦਰੀ ਸਿਹਤ ਮੰਤਰਾਲੇ ਨੇ ਸਿਖਰਲੀ ਅਦਾਲਤ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੀ ਇੱਛਾ ਦੇ ਵਿਰੁੱਧ ਟੀਕਾ ਲਵਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਹਲਫਨਾਮੇ ਦੇ ਵਿੱਚ ਇਹ ਵੀ ਦੱਸਿਆ ਕਿ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਹੈ। 11 ਜਨਵਰੀ 2022 ਤੱਕ ਟੀਕੇ ਦੀਆਂ ਜਿਹੜੀਆਂ ਕਰੋੜਾਂ ਹੀ ਖੁਰਾਕਾਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਨੇ। ਇੱਕ ਗੈਰ ਸਰਕਾਰੀ ਸੰਸਥਾ ਇਵਾਰਾ ਫਾਊਂਡੇਸ਼ਨ ਦੀ ਪਟੀਸ਼ਨ ਦੇ ਜਵਾਬ ਦੇ ਵਿੱਚ ਕੇਂਦਰ ਸਰਕਾਰ ਨੇ ਹਲਫਨਾਮਾ ਦਾਇਰ ਕੀਤਾ ਹੈ ਕਿ ਭਾਰਤ ਸਰਕਾਰ ਤੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਤੇ ਵੀ ਕਿਸੇ ਵੀ ਵਿਅਕਤੀ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਜਬਰੀ ਟੀਕਾ ਲਾਉਣ ਦੀ ਗੱਲ ਨਹੀਂ ਕੀਤੀ ਗਈ ਹੈ। ਸੋ ਬਿਲਕੁਲ ਸੱਚਾਈ ਹੈ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ, ਜ਼ਿਆਦਾਤਰ ਮੁਲਕਾਂ ਦੇ ਵਿੱਚ ਟੀਕਾ ਲਵਾਉਣ ਦੀ ਕੰਡੀਸ਼ਨ ਲਾ ਦਿੱਤੀ ਗਈ ਹੈ। ਜੇ ਤੁਸੀਂ ਸਫ਼ਰ ਕਰਨਾ ਹੈ ਤਾਂ ਵੀ ਤੁਹਾਡੇ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਜੇ ਤੁਸੀਂ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਨੌਕਰੀ ਕਰਦੇ ਹੋ ਤਾਂ ਵੀ ਤੁਹਾਡੇ ਲਈ ਜਿਹੜਾ ਉਹ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ। ਜੇ ਤੁਸੀਂ ਕਿਤੇ ਘੁੰਮਣ ਜਾਂਦੇ ਹੋ ਤਾਂ ਵੀ ਜ਼ਰੂਰੀ ਹੈ। ਸੋ ਕਿੱਥੇ ਜ਼ਰੂਰੀ ਨਹੀਂ ਹੈ ਟੀਕਾ? ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਸਪਸ਼ਟ ਕੀਤਾ ਗਿਆ ਕਿ ਜ਼ਰੂਰੀ ਨਹੀਂ ਹੈ। ਹਾਲਾਂਕਿ ਅੱਜ ਤੱਕ ਕਦੇ ਅਜਿਹਾ ਬਿਆਨ ਨਹੀਂ ਆਇਆ ਹੈ ਸਿਹਤ ਮੰਤਰਾਲੇ ਦਾ ਕਿ ਜਿਹਨੇ ਟੀਕਾ ਲਵਾਉਣਾ ਲਵਾ ਲਓ। ਹਮੇਸ਼ਾ ਹੀ ਕਿਹਾ ਜਾਂਦਾ ਹੈ ਟੀਕਾ ਲਵਾਉਣਾ ਜ਼ਰੂਰੀ ਹੈ। ਹੁਣ ਤਾਂ ਬੱਚਿਆਂ ਲਈ ਵੀ ਜ਼ਰੂਰੀ ਕੀਤਾ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਜੇ ਤੁਸੀਂ ਵੜਨਾ ਹੈ ਤਾਂ ਟੀਕਾ ਲੱਗਿਆ ਹੋਣਾ ਜ਼ਰੂਰੀ ਹੈ। ਜਿਹੜੀ ਉਮਰ ਦੇ ਬੱਚਿਆਂ ਲਈ ਟੀਕਾ ਆ ਚੁੱਕਿਆ। ਉਧਰ ਪੰਜਾਬ ਸਰਕਾਰ ਨੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ 25 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਨੇ। ਪਹਿਲਾਂ 15 ਜਨਵਰੀ ਤੱਕ ਇਹ ਜਿਹੜੀਆਂ ਕੋਵਿਡ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸੀ ਤੇ ਹੁਣ ਨਵਾਂ ਹੁਕਮ ਜਿਹੜਾ ਜਾਰੀ ਕੀਤਾ ਹੈ ਸਹਾਇਕ ਡਾਇਰੈਕਟਰ ਸਿੱਖਿਆ ਵਿਭਾਗ ਨੇ ਇਹ ਹੁਕਮ ਜਾਰੀ ਕਰਕੇ ਕਿਹਾ ਕਿ 25 ਤੱਕ ਹਲੇ ਹੋਰ ਹਰ ਤਰ੍ਹਾਂ ਦੇ ਵਿਦਿਅਕ ਅਦਾਰੇ ਬੰਦ ਰਹਿਣਗੇ। ਜਦਕਿ ਦੂਸਰੇ ਪਾਸੇ ਵਿਸ਼ਵ ਬੈਂਕ, ਵਰਲਡ ਬੈਂਕ ਦੇ ਜਿਹੜੇ ਸਿੱਖਿਆ ਡਾਇਰੈਕਟਰ ਹੈਗੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸ਼ਾਪਿੰਗ ਮਾਲ ਨੇ ਉਹ ਖੋਲ੍ਹੇ ਜਾ ਰਹੇ ਨੇ, ਸਕੂਲ ਬੰਦ ਕੀਤੇ ਜਾ ਰਹੇ ਨੇ, ਕੋਈ ਤੁਕ ਹੀ ਨਹੀਂ ਬਣਦੀ। ਸਕੂਲਾਂ ਦੇ ਵਿੱਚੋਂ ਨਾ ਕਰੋਨਾ ਫੈਲਦਾ, ਨਾ ਹੀ ਕੋਈ ਅਜਿਹਾ ਕੋਈ ਸਬੂਤ ਮਿਲਿਆ, ਨਾ ਹੀ ਇਹਦਾ ਕੋਈ ਵਿਗਿਆਨਿਕ ਪ੍ਰਮਾਣ ਹੈ ਕਿ ਕਰੋਨਾ ਜੇ ਕੇਸ ਵੱਧ ਰਹੇ ਨੇ ਤਾਂ ਸਕੂਲ ਬੰਦ ਕਰ ਦਿਓ। ਉਹਨਾਂ ਨੇ ਕਿਹਾ ਬਿਲਕੁਲ ਗੈਰ ਵਿਗਿਆਨਿਕ ਇਹ ਜਿਹੜਾ ਫੈਸਲਾ ਹੈਗਾ। ਪਰ ਪੰਜਾਬ ਸਰਕਾਰ ਨੇ ਸਮੇਤ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਜਿਹੜਾ ਸਕੂਲ ਬੰਦ ਕਰ ਰੱਖੇ ਨੇ। ਤਖਤ ਸ਼੍ਰੀ ਪਟਨਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਵਾਪਸ ਆ ਰਹੀ ਸੰਗਤ ਤੇ ਹਮਲਾ ਕੀਤਾ ਗਿਆ ਸੀ। ਉਸ ਮਾਮਲੇ ਦੇ ਵਿੱਚ 11 ਜਣਿਆਂ ਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਹੈ। 10 ਅਣਪਛਾਤਿਆਂ ਦੇ ਖਿਲਾਫ ਵੀ FIR ਦਰਜ ਕੀਤੀ ਗਈ ਹੈ। ਉਸ ਹਮਲੇ ਦੇ ਵਿੱਚ ਪੱਥਰ ਸੁੱਟਣ ਦੀ ਜਿਹੜੀ ਘਟਨਾ ਸੀ ਉਸ ਦੇ ਵਿੱਚ 6 ਜਣੇ ਜ਼ਖਮੀ ਵੀ ਹੋਏ ਨੇ। ਸਿੱਖ ਸੰਗਤ ਨੇ ਰਾਹ ਦੇ ਵਿੱਚ ਜਦੋਂ ਆ ਰਹੇ ਸੀ, ਮੁਹਾਲੀ ਦੇ ਰਹਿਣ ਵਾਲੇ ਸੀ ਸਾਰੇ,
ਚਾਰ ਪੁਖਾਰੀ ਦੇ ਵਿੱਚ ਮੰਦਿਰ ਦੇ ਵਾਸਤੇ ਦਾਨ ਦੇਣ ਤੋਂ ਉਹਨਾਂ ਨੇ ਮਨਾ ਕਰਤਾ ਸੀ ਤਾਂ ਉੱਥੇ ਲੋਕਾਂ ਨੇ ਇਹਨਾਂ ਤੇ ਹਮਲਾ ਕਰ ਦਿੱਤਾ ਸੀ, ਇਹਨਾਂ ਦੀ ਗੱਡੀ ਤੇ ਹਮਲਾ ਕਰ ਦਿੱਤਾ ਸੀ ਤੇ ਉਸ ਹਮਲੇ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਨੇ 21 ਜਣਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ। ਖਬਰਾਂ ਆਈਆਂ ਸੀ ਕਿ ਵਾਪਸ ਜਦੋਂ ਆ ਰਹੀ ਸੀ ਸਿੱਖ ਸੰਗਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਨੂੰ ਮੁੜ ਰਹੀ ਸੀ ਤਾਂ ਅਣਜਾਣ ਲੋਕਾਂ ਨੇ ਹਮਲਾ ਕੀਤਾ ਸੀ। ਪਹਿਲਾਂ ਇਹ ਖਬਰਾਂ ਆਈਆਂ ਸੀ ਪਰ ਹੁਣ ਸਾਰਾ ਕੁਝ ਸਾਫ਼ ਹੋ ਚੁੱਕਿਆ ਹੈ ਕਿ ਚਾਰ ਪੁਖਾਰੀ ਦੇ ਨੇੜੇ ਇੱਥੇ ਦਾਨ ਮੰਗ ਰਹੇ ਸੀ ਮੰਦਿਰ ਦੇ ਵਾਸਤੇ ਤਾਂ ਇਹਨਾਂ ਨੇ ਦਾਨ ਦੇਣ ਤੋਂ ਮਨਾ ਕੀਤਾ ਤਾਂ ਹਮਲਾ ਕਰ ਦਿੱਤਾ ਗਿਆ। ਪੁਲਿਸ ਨੇ ਤੁਰੰਤ ਜਾਂਚ ਕੀਤੀ ਹੈ। ਜਾਂਚ ਦੇ ਵਿੱਚ ਪਾਇਆ ਗਿਆ ਕਿ ਕਿਨੇ ਹਮਲਾ ਕੀਤਾ ਸੀ। 10 ਅਣਪਛਾਤੇ 11 ਨੇ ਜਿਹੜੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ। ਨਸ਼ਾ ਤਸਕਰੀ ਮਾਮਲੇ ਦੇ ਵਿੱਚ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੀਜੀ ਵਾਰੀ ਸਿੱਟ ਦੇ ਮੂਹਰੇ ਪੇਸ਼ ਹੋਏ ਨੇ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਉਹ ਪਹੁੰਚੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਅਗਾਊਂ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਮਜੀਠੀਆ ਤੀਜੀ ਵਾਰੀ ਆਪਣੇ ਵਕੀਲਾਂ ਦੇ ਨਾਲ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਬਿਊਰੋ ਦੇ ਥਾਣੇ ਵਿੱਚ ਪਹੁੰਚੇ। ਇੱਕ ਦਿਨ ਪਹਿਲਾਂ ਵੀ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਸੀ। ਪਿਛਲੇ ਦਿਨੀ ਇੱਥੋਂ ਦੇ ਫੇਸ 4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਥਾਣੇ ਦੇ ਵਿੱਚ ਕੇਸ ਦਰਜ ਹੋਇਆ ਸੀ ਮਜੀਠੀਆ ਦੇ ਖਿਲਾਫ। ਦਹਾਕਿਆਂ ਤੋਂ ਜੇਲ੍ਹ ਦੇ ਵਿੱਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਅਰਜ਼ੀ 4 ਵਾਰੀ ਰੱਦ ਕਰਨ ਦੇ ਵਿਰੋਧ ਦੇ ਵਿੱਚ ਜਾਗੋ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਤੇ ਇਸ ਵਿੱਚ ਕਈ ਜਥੇਬੰਦੀਆਂ ਸ਼ਾਮਿਲ ਹੋਈਆਂ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਦੇ ਵਿੱਚ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਇੱਥੇ ਕੀਤਾ ਗਿਆ। ਸ਼ੁਰੂਆਤ ਮਾਤਾ ਸੁੰਦਰੀ ਜੀ ਕਾਲਜ ਤੋਂ ਹੋਈ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਪ੍ਰਦਰਸ਼ਨਕਾਰੀ ਅੱਗੇ ਵਧੇ। ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਤੱਕ ਪਹੁੰਚੇ। ਦਿੱਲੀ ਪੁਲਿਸ ਨੇ ਇਹਨਾਂ ਨੂੰ ਦਫ਼ਤਰ ਤੱਕ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਦੋਵਾਂ ਧਿਰਾਂ ਦੇ ਵਿਚਾਲੇ ਹਲਕੀ ਜਿਹੜੀ ਧੱਕਾ ਮੁੱਕੀ ਹੈ ਉਹ ਵੀ ਹੋਈ ਤੇ ਫਿਰ ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਮੁਰਦਾਬਾਦ ਦੇ ਨਾਰੇ ਵੀ ਲਾਏ ਤੇ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਮਨਜੀਤ ਸਿੰਘ ਜੀਕੇ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਜਿਹੜੀ ਰੁਕੀ ਹੋਈ ਹੈ ਉਸ ਲਈ ਕੇਜਰੀਵਾਲ ਨੂੰ ਜ਼ਿੰਮੇਦਾਰ ਦੱਸਿਆ। ਜਿਹਦਾ ਚੇਅਰਮੈਨ ਹੈ ਰਮਿਸ਼ਨ ਦਾ, ਜਿਹਦੇ ਚੋਂ ਮਾਫੀ ਹੁੰਦੀ ਹੈ, ਜਿਹਦੇ ਚੋਂ ਜੇਲ੍ਹ ਚੋਂ ਰਿਹਾਈ ਹੁੰਦੀ ਹੈ, 4 ਦਫਾ ਰਿਜੈਕਟ ਕਰਦਾ ਹੈ। ਮੈਂ ਸਮਝਦਾ ਵਾਂ ਕੇਜਰੀਵਾਲ ਦਾ ਚਿਹਰਾ ਹੋਰ ਹੈ, ਕਰਦਾ ਹੋਰ ਹੈ, ਕਹਿੰਦਾ ਹੋਰ ਹੈ। ਪੰਜਾਬੀ ਟੀਚਰਾਂ ਦਾ ਮਸਲਾ ਹੋਵੇ, ਜੇਲ੍ਹਾਂ 'ਚ ਬੰਦੀ ਸਿੰਘਾਂ ਦਾ ਮਸਲਾ ਹੋਵੇ, ਇਹ ਸਾਰੇ ਮਸਲਿਆਂ ਦੇ ਉੱਤੇ ਨੇ ਪੰਜਾਬ ਨਾਲ, ਪੰਜਾਬੀਅਤ ਨਾਲ, ਸਿੱਖਾਂ ਨਾਲ ਧਰੋਹ ਕੀਤਾ। ਤੁਸੀਂ 6 ਤੁਹਾਡੇ ਕੋਲ ਐਮਐਲਏ ਹੋਣ, ਇੱਕ ਸਿੱਖ ਵਜ਼ੀਰ ਨਹੀਂ ਤੇਰੀ ਸਰਕਾਰ ਦੇ ਵਿੱਚ। ਇੱਥੇ ਕਾਂਗਰਸ ਦੀ ਸਰਕਾਰ ਰਹੀ ਹੈ, ਇੱਥੇ ਬੀਜੇਪੀ ਦੀ ਸਰਕਾਰ ਰਹੀ ਹੈ ਦਿੱਲੀ 'ਚ, ਉਹਨਾਂ ਨੇ ਵਜ਼ੀਰ ਬਣਾਏ ਸਿੱਖ, ਤੂੰ ਨਹੀਂ ਬਣਾਏ ਅੱਜ ਤੱਕ। ਮੈਂ ਸਮਝਦਾ ਕਿ ਅੱਜ ਪੰਜਾਬ ਵੱਲ ਜਾ ਰਹੇ ਇਲੈਕਸ਼ਨ ਲੜਨ, ਅਸੀਂ ਪੰਜਾਬ ਦੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਇਹ ਬਹੁਤ ਵੱਡਾ ਡਿਜ਼ਾਸਟਰ ਹੋਏਗਾ ਪੰਜਾਬ ਲਈ। ਬਾਰਡਰ ਸਟੇਟ ਹੈ, ਇਹ ਸਾਡੇ ਸੈਂਟੀਮੈਂਟਸ ਨਾਲ ਖੇਡਦਾ ਪਿਆ। ਇਸ ਤੋਂ ਅਵੇਅਰ ਰਹਿਣਾ ਚਾਹੀਦਾ। ਅਸੀਂ ਜਾਗਰੂਕ ਕਰਨਾ ਚਾਹੁੰਦੇ ਹਾਂ। ਔਰ ਜਿਹੜੀ ਰਿਹਾਈ ਦੀ ਗੱਲ ਹੈ, ਮੈਂ ਸਮਝਦਾ ਕਿ ਜੇ ਇਹ ਸਿੱਧੇ ਰਸਤੇ ਨਹੀਂ ਮੰਨੂਗਾ ਤਾਂ ਸਾਨੂੰ ਵੀ ਉਂਗਲ ਟੇਢੀ ਕਰਨੀ ਆਉਂਦੀ ਹੈ। ਰਿਹਾਈ ਜ਼ਰੂਰ ਹੋਏਗੀ ਪ੍ਰੋਫੈਸਰ ਭੁੱਲਰ। ਬੁਲੇਟਿਨ ਦੇ ਵਿੱਚ ਹੁਣ ਪੰਜਾਬ ਚੋਣਾਂ ਦੇ ਨਾਲ ਜੁੜੀਆਂ ਸਾਰੀਆਂ ਅਪਡੇਟਸ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲੀ ਤੇ ਜ਼ਰੂਰੀ ਖਬਰ ਇਹ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਵੋਟਾਂ ਵਾਲੇ ਦਿਨ ਡਿਊਟੀ ਤੇ ਹਾਜ਼ਰ ਰਹਿਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਵੋਟ ਡਾਕ ਰਾਹੀਂ ਪਾਉਣ ਦਾ ਹੱਕ ਦੇ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਜਿਹੇ ਕਰਮਚਾਰੀ ਜਿਹੜੇ ਵੋਟਾਂ ਵਾਲੇ ਦਿਨ ਛੁੱਟੀ ਨਹੀਂ ਲੈ ਸਕਦੇ ਉਹ ਆਪਣੇ ਵਿਸ਼ੇਸ਼ ਹੱਕ ਦੀ ਵਰਤੋਂ ਕਰ ਸਕਣਗੇ। ਜਿਨ੍ਹਾਂ ਵਿਭਾਗਾਂ ਨੂੰ ਛੋਟ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਪੁਲਿਸ, ਸਿਵਲ ਡਿਫੈਂਸ, ਸਿਹਤ ਵਿਭਾਗ, ਜੇਲ੍ਹਾਂ, ਕਰ ਤੇ ਆਬਕਾਰੀ, ਬਿਜਲੀ ਮਹਿਕਮਾ, ਖਜ਼ਾਨਾ, ਜੰਗਲਾਤ, ਆਲ ਇੰਡੀਆ ਰੇਡੀਓ, ਦੂਰਦਰਸ਼ਨ, BSNL, ਰੇਲਵੇ, ਪੋਸਟ ਤੇ ਟੈਲੀਗ੍ਰਾਫ, ਸ਼ਹਿਰੀ ਉਡਾਣ, ਐਂਬੂਲੈਂਸ ਤੇ ਸ਼ਿਪਿੰਗ ਸ਼ਾਮਿਲ ਨੇ। ਇਸ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਕਰੋਨਾ ਮਰੀਜ਼ਾਂ ਤੇ 85 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਵੀ ਅਜਿਹੀ ਛੋਟ ਦੇ ਚੁੱਕਿਆ ਹੈ ਤੇ ਇੱਕ ਦਿਨ ਪਹਿਲਾਂ ਹੀ ਮੀਡੀਆ ਕਰਮੀਆਂ ਨੂੰ ਵੀ ਛੋਟ ਦਿੱਤੀ ਗਈ ਹੈ ਕਿਉਂਕਿ ਮੀਡੀਆ ਕਰਮੀਆਂ ਦੀਆਂ ਡਿਊਟੀਆਂ ਚੋਣਾਂ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਲੱਗਦੀਆਂ ਨੇ। ਛੁੱਟੀਆਂ ਵੀ ਕਈ ਵਾਰੀ ਕੈਂਸਲ ਹੋ ਜਾਂਦੀਆਂ ਨੇ, ਇਸ ਕਰਕੇ ਵੋਟ ਪਾਉਣ ਦਾ ਜਿਹੜਾ ਹੱਕ ਹੈ ਉਹ ਖੁੱਸ ਜਾਂਦਾ ਹੈ ਤੇ ਇਹਨਾਂ ਸਾਰੇ ਲੋਕਾਂ ਨੂੰ ਚੋਣ ਕਮਿਸ਼ਨ ਨੇ ਛੋਟ ਦਿੱਤੀ ਹੈ ਕਿ ਉਹ ਡਾਕ ਰਾਹੀਂ ਵੋਟਾਂ ਪਾ ਸਕਦੇ ਨੇ। ਅਗਲੀ ਅਹਿਮ ਖਬਰ ਹੈ ਕਿ ਪੰਜਾਬ ਦੇ ਵਿੱਚ ਹੁਣ ਵੋਟਾਂ 14 ਫਰਵਰੀ ਨੂੰ ਨਹੀਂ ਪੈਣਗੀਆਂ। 14 ਫਰਵਰੀ ਦੀ ਥਾਂ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਭਾਰਤੀ ਚੋਣ ਕਮਿਸ਼ਨ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਮੰਗ ਦੇ ਉੱਤੇ ਵਿਚਾਰ ਕਰਕੇ ਇਹ ਫੈਸਲਾ ਲੈ ਲਿਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਬਹੁਜਨ ਸਮਾਜ ਪਾਰਟੀ ਅਤੇ ਜਿਹੜੀ ਭਾਰਤੀ ਜਨਤਾ ਪਾਰਟੀ, ਇਹਨਾਂ ਸਾਰੀਆਂ ਪਾਰਟੀਆਂ ਨੇ ਮੰਗ ਕੀਤੀ ਸੀ ਕਿ ਚੋਣਾਂ ਨੇ ਜਿਹੜੀਆਂ ਉਹ ਅੱਗੇ ਪਾਈਆਂ ਜਾਣ। ਮੁੱਖ ਮੰਤਰੀ ਨੇ ਕਮਿਸ਼ਨ ਨੂੰ ਲਿਖੀ ਚਿੱਠੀ ਵਿੱਚ ਕਿਹਾ ਸੀ ਕਿ 16 ਫਰਵਰੀ ਨੂੰ ਭਗਤ ਰਵਿਦਾਸ ਜੀ, ਜਿਸ ਨੂੰ ਰਵਿਦਾਸੀਆ ਭਾਈਚਾਰਾ ਗੁਰੂ ਰਵਿਦਾਸ ਜੀ ਕਹਿੰਦੇ ਨੇ, ਉਹਨਾਂ ਦਾ ਪ੍ਰਕਾਸ਼ ਪੁਰਬ ਹੁੰਦਾ ਹੈ
ਤੇ ਇਸ ਮੌਕੇ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਵਾਰਾਣਸੀ ਅਤੇ ਬਨਾਰਸ ਨਤਮਸਤਕ ਹੋਣ ਦੇ ਲਈ ਜਾਂਦੇ ਨੇ। ਰਵਿਦਾਸ ਭਾਈਚਾਰੇ ਦੇ ਵੱਲੋਂ ਚੋਣਾਂ ਅੱਗੇ ਕਰਨ ਦੀ ਮੰਗ ਨੂੰ ਲੈ ਕੇ ਜਲੰਧਰ ਵਿੱਚ ਅੰਮ੍ਰਿਤਸਰ ਦਿੱਲੀ ਹਾਈਵੇ ਜਾਮ ਵੀ ਕਰਤਾ ਸੀ। ਪੀਏਪੀ ਚੌਂਕ ਦੇ ਉੱਤੇ ਧਰਨਾ ਲਾ ਦਿੱਤਾ ਸੀ ਤੇ ਹੁਣ ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਪੰਜਾਬ ਦੇ ਵਿੱਚ ਰਾਖਵੇਂ ਵਰਗ ਦੀ 31% ਵੋਟ ਰਾਖਵੀਂ ਹੈ। 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 34 ਰਾਖਵੇਂ ਕੀਤੇ ਗਏ ਨੇ। ਰਾਖਵੇਂ ਭਾਈਚਾਰੇ ਦਾ ਸਭ ਤੋਂ ਵੱਡਾ ਜਿਹੜਾ ਆਧਾਰ ਹੈ ਉਹ ਦੁਆਬੇ ਵਿੱਚ ਹੈ। ਦੁਆਬੇ ਦੀਆਂ ਦਰਜਨਾਂ ਤੋਂ ਵੱਧ ਸੀਟਾਂ ਦਾ ਫੈਸਲਾ ਰਾਖਵਾਂ ਭਾਈਚਾਰੇ ਦੇ ਹੱਥਾਂ ਵਿੱਚ ਹੁੰਦਾ ਹੈ। ਇਹ ਵੀ ਪਤਾ ਲੱਗਿਆ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੀ ਮੰਗ ਤੇ ਵਿਚਾਰ ਕਰਨ ਦੇ ਲਈ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ। ਮੀਟਿੰਗ ਵਿੱਚ ਵਿਚਾਰ ਕਰਨ ਤੋਂ ਬਾਅਦ ਚੋਣਾਂ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ। ਚੋਣ ਕਮਿਸ਼ਨ ਦੇ ਨਵੇਂ ਫੈਸਲੇ ਦੇ ਮੁਤਾਬਿਕ 20 ਫਰਵਰੀ ਨੂੰ ਜਿਹੜਾ ਵੋਟਾਂ ਪੈਣਗੀਆਂ। ਦਿਨ ਐਤਵਾਰ ਹੈ। ਪਹਿਲਾਂ 14 ਫਰਵਰੀ ਨੂੰ ਸੋਮਵਾਰ ਦਾ ਦਿਨ ਸੀਗਾ ਅਤੇ ਜਿਹੜੀਆਂ ਵੋਟਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋਣੀ ਹੈ 25 ਜਨਵਰੀ ਨੂੰ ਹੋਏਗੀ। ਨਾਮਜ਼ਦਗੀ ਦੀ ਆਖਰੀ ਜਿਹੜੀ ਮਿਤੀ ਹੈ 1 ਫਰਵਰੀ ਨੂੰ ਹੋਏਗੀ ਤੇ ਜਿਹੜੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਏਗੀ 2 ਫਰਵਰੀ ਨੂੰ ਹੋਏਗੀ ਤੇ ਜੇ ਤੁਸੀਂ ਵਾਪਸ ਲੈਣੇ ਆ ਪਰਚੇ ਤਾਂ 4 ਫਰਵਰੀ ਤੱਕ ਲੈ ਸਕਦੇ ਹੋ ਤੇ ਵੋਟਾਂ ਦੀ ਮਿਤੀ ਹੈ ਜਿਹੜੀ ਉਹ 20 ਫਰਵਰੀ ਹੋਏਗੀ। ਵੋਟਾਂ ਦੀ ਗਿਣਤੀ ਯਾਨੀ ਕਿ ਨਤੀਜਾ ਜਿਹੜਾ ਹੈ ਪੰਜਾਬ ਵਿਧਾਨ ਸਭਾ ਚੋਣਾਂ ਦਾ ਉਹ 10 ਮਾਰਚ ਨੂੰ ਆ ਜਾਏਗਾ। 10 ਮਾਰਚ ਨੂੰ ਪਤਾ ਲੱਗ ਜਾਏਗਾ ਕਿ ਪੰਜਾਬੀਆਂ ਨੇ ਕਿਹੜੀ ਸਰਕਾਰ ਨੂੰ ਚੁਣਿਆ ਹੈ। 5 ਸਾਲਾਂ ਬਾਅਦ ਇਹ ਮੌਕਾ ਆਉਂਦਾ ਹੁੰਦਾ ਤੇ ਉਹ ਮੌਕਾ ਹੁਣ ਆ ਗਿਆ। ਚੋਣ ਕਮਿਸ਼ਨ ਦੇ ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਦੀ ਗੱਲ ਮੰਨਦੇ ਹੋਏ ਚੋਣ ਤਰੀਕ ਅੱਗੇ ਕੀਤੀ है। मैं इलेक्शन कमीशन ऑफ इंडिया का धन्यवाद करता हूं कि उन्होंने संगत की भावना को देखते हुए ये फैसला लिया। बहुत ही सराहनीय फैसला है। मैं इसको वेलकम करता हूं क्योंकि बहुत बड़ी संख्या में संगत जो है पंजाब से बनारस जाती है तो अब वो आराम से दर्शन भी कर सकेंगे और अपने हक का इस्तेमाल भी कर सकेंगे। मैं कमीशन को धन्यवाद देता हूं। ਇਸ ਦੇ ਨਾਲ ਹੀ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਵੀ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਮੰਗ ਦੇ ਉੱਤੇ ਕਮਿਸ਼ਨ ਨੇ ਵਿਚਾਰ ਕੀਤਾ, ਬਹੁਤ ਚੰਗੀ ਗੱਲ ਹੈ। ਇਸ ਗੁਰਪੁਰਬ ਦੇ ਮੱਦੇਨਜ਼ਰ ਹਮੇਸ਼ਾ ਹੀ ਸ੍ਰੀ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਲੋਕ ਵੱਡੀ ਪੱਧਰ ਤੇ ਲੱਖਾਂ ਦੀ ਤਾਦਾਦ 'ਚ ਕਾਸ਼ੀ ਬਨਾਰਸ ਨੂੰ ਪਲਾਇਨ ਕਰ ਜਾਂਦੇ ਆ। ਇਸ ਮੁੱਦੇ ਦੇ ਉੱਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅਸੀਂ ਫਗਵਾੜਾ ਐਸਡੀਐਮ ਨੂੰ 10-11 ਜਨਵਰੀ ਨੂੰ ਇੱਕ ਮੈਮੋਰੈਂਡਮ ਦਿੱਤਾ ਸੀ। ਉਸ ਮੈਮੋਰੈਂਡਮ 'ਚ ਅਸੀਂ ਕਿਹਾ ਸੀ ਕਿ ਇਹ ਜਿਹੜਾ ਚੋਣਾਂ ਦਾ ਪੜਾਅ ਪੰਜਾਬ ਦਾ, ਇਸ ਪੜਾਅ ਨੂੰ ਅੱਗੇ ਕਰ ਲਿਆ ਜਾਵੇ ਜਾਂ ਪਿੱਛੇ ਕਰ ਲਿਆ ਜਾਵੇ। ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਚੋਣ ਕਮਿਸ਼ਨ ਨੇ ਚੋਣਾਂ ਦਾ ਤਰੀਕ ਜਿਹੜੀ ਆ ਉਹ ਬਦਲ ਕੇ 20 ਫਰਵਰੀ ਕੀਤੀ ਆ। ਬਸਪਾ ਵੱਲੋਂ ਇਹਦਾ ਧੰਨਵਾਦ ਕੀਤਾ ਜਾਂਦਾ, ਸਵਾਗਤ ਕੀਤਾ ਜਾਂਦਾ। ਸਮੁੱਚੀ ਰਵਿਦਾਸੀਆ ਕੌਮ ਵੱਲੋਂ, ਸਮੁੱਚੇ ਸੰਤ ਸਮਾਜ ਵੱਲੋਂ, ਸਾਰਿਆਂ ਵੱਲੋਂ ਅਸੀਂ ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵੀ ਇਹ ਮੰਗ ਕੀਤੀ ਸੀ। ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਵੋਟਾਂ ਦੀ ਤਰੀਕ ਅੱਗੇ ਪਾਈ ਜਾਵੇ ਕਿਉਂਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਨੇ ਨਤਮਸਤਕ ਹੋਣ ਦੇ ਲਈ ਬਨਾਰਸ ਜਾਣਾ ਹੁੰਦਾ, ਇਸ ਕਰਕੇ ਵੋਟਾਂ ਤੋਂ ਵਾਂਝੇ ਰਹਿ ਜਾਣਗੇ। ਸ੍ਰੀ ਗੁਰੂ ਰਵਿਦਾਸ ਜੀ ਦਾ ਆਸ਼ੀਰਵਾਦ ਲੈਣ ਤੇ ਉਹ ਪਹਿਲਾਂ ਤੁਰਦੇ ਨੇ, ਤਿਆਰੀਆਂ ਪਹਿਲਾਂ ਕਰਨੀਆਂ ਪੈਂਦੀਆਂ। ਕੋਈ 10 ਤਰੀਕ ਨੂੰ ਤੁਰ ਪੈਂਦਾ, ਕੋਈ 11 ਨੂੰ। ਇਹ ਪੂਰਾ ਇੱਕ ਹਫ਼ਤਾ ਗੁਰਪੁਰਬ ਦਾ ਜਿਹੜਾ ਇਹ ਜਿਹੜਾ ਸੰਮੇਲਨ ਹੈ ਉਹ ਪੂਰਾ ਚੱਲਦਾ। ਮੇਰੀ ਇਲੈਕਸ਼ਨ ਕਮਿਸ਼ਨ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਉਂਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਉਹਨਾਂ ਨੇ ਵੋਟ ਵੀ ਪਾਉਣੀ ਹੈ, ਉਹਨਾਂ ਦਾ ਅਧਿਕਾਰ ਹੈ, ਪਰ ਇਹਦੇ ਵਿੱਚ ਉਹਨਾਂ ਦਾ ਜਿਹੜਾ ਧਾਰਮਿਕ ਭਾਵਨਾ ਜਿਹੜੀ ਉਹ ਨਾ ਜਿਹੜੀ ਹਟ ਹੋਵੇ, ਉਹਨੂੰ ਠੇਸ ਨਾ ਪਹੁੰਚੇ ਕਿ ਵੋਟਾਂ ਕਰਕੇ ਅਸੀਂ ਜਾ ਨਹੀਂ ਸਕੇ ਆਪਣੇ ਗੁਰੂ ਦੇ ਮੱਥਾ ਟੇਕਣ। ਸੋ ਇਸ ਕਰਕੇ ਇਲੈਕਸ਼ਨ ਦੀ ਤਰੀਕ ਜਿਹੜੀ ਹੈ ਜੇ ਇੱਕ ਹਫ਼ਤਾ ਵਧਾ ਦਿੱਤੀ ਜਾਵੇ ਤਾਂ ਉਹ ਆਪਣੇ ਗੁਰੂ ਦੇ ਦਰ ਤੇ ਮੱਥਾ ਵੀ ਟੇਕ ਆਉਣਗੇ, ਆਸ਼ੀਰਵਾਦ ਵੀ ਲੈ ਆਉਣਗੇ ਤੇ ਆ ਕੇ ਆਪਣਾ ਜਿਹੜਾ ਡੈਮੋਕ੍ਰੈਟਿਕ ਰਾਈਟ ਹੈ, ਜਿਹੜਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਵੋਟਾਂ ਪਾਉਣ ਦਾ, ਉਹਨੂੰ ਇਸਤੇਮਾਲ ਕਰ ਲੈਣਗੇ। ਇੱਕ ਹਫ਼ਤਾ ਜੇ ਤਰੀਕ ਅੱਗੇ ਪੈ ਜੇ ਤਾਂ
ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਦਾ ਸਤਿਕਾਰ ਹੋ ਜਾਊਗਾ। ਤੋ ਹੁਣ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਥੋੜੇ ਜਿਹੇ ਦਿਨਾਂ ਦੀ ਹੋਰ ਮੌਲਤ ਹੈ ਜਿਹੜੀ ਉਹ ਮਿਲ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਜਿਹੜੀ ਪਾਰਟੀ ਨਿਕਲੀ ਹੈ, ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਬਣਾਈ ਹੈ ਸੰਯੁਕਤ ਸਮਾਜ ਮੋਰਚਾ, ਉਹਨਾਂ ਨੇ ਵੀ ਆਖਿਰਕਾਰ 20 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਨਾਲ ਹੀ ਸੰਯੁਕਤ ਸਮਾਜ ਮੋਰਚਾ ਅਤੇ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਵਿਚਾਲੇ ਸਮਝੌਤਾ ਵੀ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਹੀ ਇਹ ਦੋਵੇਂ ਪਾਰਟੀਆਂ ਨੇ ਜਿਹੜੀਆਂ ਬਣੀਆਂ ਨੇ। ਸਮਝੌਤਾ ਜਿਹੜਾ ਹੋਇਆ ਉਹਦੇ ਤਹਿਤ ਗੁਰਨਾਮ ਸਿੰਘ ਚੜੂਨੀ ਦੀ ਜਿਹੜੀ ਪਾਰਟੀ ਹੈ ਉਸ ਨੂੰ ਪੰਜਾਬ 'ਚ 10 ਸੀਟਾਂ ਦਿੱਤੀਆਂ ਜਾਣਗੀਆਂ। ਇਹ ਐਲਾਨ ਘਨੌਰ ਦੇ ਵਿੱਚ ਪਹੁੰਚੇ ਸੰਯੁਕਤ ਸਮਾਜ ਮੋਰਚੇ ਦੇ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕੀਤਾ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਦੇ ਲਈ ਰਾਜੇਵਾਲ ਘਨੌਰ ਪਹੁੰਚੇ ਸੀ। ਇਸ ਦੇ ਨਾਲ ਹੀ ਸੰਯੁਕਤ ਸਮਾਜ ਮੋਰਚੇ ਨੇ ਕੁਝ ਅਫਵਾਹਾਂ ਦਾ ਖੰਡਨ ਵੀ ਕੀਤਾ ਹੈ। ਬਲਵੀਰ ਸਿੰਘ ਰਾਜੇਵਾਲ ਦੇ ਫੇਸਬੁੱਕ ਪੇਜ ਦੇ ਉੱਤੇ ਇਹ ਲਿਖਿਆ ਗਿਆ ਹੈ ਕਿ ਬੇਬੁਨਿਆਦ ਅਫਵਾਹ ਫੈਲਾਈ ਜਾ ਰਹੀ ਹੈ ਕਿ ਮਜ਼ਦੂਰਾਂ, ਕਿਸਾਨਾਂ, ਆਮ ਲੋਕਾਂ ਦਾ ਚੋਣਾਂ ਦੇ ਲਈ ਬਣਿਆ ਮੁਹਾਜ਼ ਸੰਯੁਕਤ ਸਮਾਜ ਮੋਰਚਾ ਚੋਣ ਮੈਦਾਨ ਵਿੱਚੋਂ ਪਿੱਛੇ ਹਟ ਰਿਹਾ ਹੈ। ਉਹ ਕਹਿੰਦੇ ਇਹਦੇ ਵਿੱਚ ਉੱਕਾ ਸੱਚਾਈ ਨਹੀਂ, ਅਸੀਂ ਪਿੱਛੇ ਹਟ ਨਹੀਂ ਰਹੇ, ਪਿੱਛੇ ਹਟਣਾ ਸਾਡਾ ਸੁਭਾਅ ਨਹੀਂ ਹੈ। ਅਸੀਂ ਲੜਾਂਗੇ, ਪੂਰੀ ਜਿੰਦ ਜਾਨ ਦੇ ਨਾਲ, ਬਿਨਾਂ ਹਾਰ ਜਿੱਤ ਦੀ ਪਰਵਾਹ ਕੀਤੇ ਬਿਨਾਂ ਲੜਾਂਗੇ, ਨਫਾ ਨੁਕਸਾਨ ਚਿਤਾਰੇ ਤੋਂ ਬਿਨਾਂ ਲੜਾਂਗੇ, ਮਰ ਜਾਵਾਂਗੇ ਪਰ ਪਿੱਛੇ ਨਹੀਂ ਹਟਾਂਗੇ। ਉਹ ਕਹਿੰਦੇ ਕਿਰਪਾ ਕਰਕੇ ਅਫਵਾਹਾਂ ਤੇ ਯਕੀਨ ਨਾ ਕਰੋ, ਅੱਗੇ ਫੈਲਣ ਤੋਂ ਰੋਕੋ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜੂਝਣ ਮਰਨ ਦਾ ਵਰ ਦਿੱਤਾ ਹੈ, ਅਸੀਂ ਉਹਨਾਂ ਦੇ ਪਾਏ ਪੂਰਨਿਆਂ ਤੇ ਉਤਰਨ ਦੀ ਕੋਸ਼ਿਸ਼ ਕਰਾਂਗੇ, ਬਲਵੀਰ ਸਿੰਘ ਰਾਜੇਵਾਲ ਨੇ ਕਿਹਾ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਆਪਣੇ ਬੋਝੇ ਦੇ ਵਿੱਚੋਂ ਜਾਂ ਫਿਰ ਲੋਕਾਂ ਦੇ ਵੱਲੋਂ ਚੁਣਿਆ ਹੋਇਆ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਗੇ। ਮੰਗਲਵਾਰ ਨੂੰ ਦੁਪਹਿਰੇ 12 ਵਜੇ ਐਲਾਨ ਕੀਤਾ ਜਾਏਗਾ। ਅਰਵਿੰਦ ਕੇਜਰੀਵਾਲ ਖਾਸ ਤੌਰ ਤੇ ਇਸ ਦਾ ਐਲਾਨ ਕਰਨ ਦੇ ਲਈ ਪੰਜਾਬ ਪਹੁੰਚ ਰਹੇ ਨੇ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਡਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਦੇ ਵਿੱਚ ANI ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਇਹ ਵੀ ਦੱਸਿਆ ਹੈ ਰਾਘਵ ਚੱਡਾ ਨੇ ਕਿ ਸਾਨੂੰ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਜਿਹੜੇ ਸੁਨੇਹੇ ਮਿਲੇ ਨੇ, ਉਹਨਾਂ ਸੁਨੇਹਿਆਂ ਦੇ ਆਧਾਰ ਦੇ ਉੱਤੇ ਹੀ ਆਖਿਰਕਾਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ CM ਚਿਹਰਾ ਐਲਾਨ ਦਿੱਤਾ ਜਾਏਗਾ। ਹਾਲਾਂਕਿ ਭਗਵੰਤ ਮਾਨ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਨੇ ਪਾਰਟੀ ਦੇ, ਉਹਨਾਂ ਨੂੰ ਬੜੀ ਆਸ ਹੈ ਇਸ ਵਾਰੀ, ਕਿਉਂਕਿ ਜਿਸ ਦਿਨ ਐਲਾਨ ਕੀਤਾ ਗਿਆ ਸੀ ਫੋਨ ਨੰਬਰ ਜਾਰੀ ਕਰਕੇ, ਉਸ ਦਿਨ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦਾ ਖਾਸ ਤੌਰ ਤੇ ਨਾਮ ਵੀ ਲਿਆ ਸੀ। ਪਰ ਹੁਣ ਇਸ ਦੇ ਪਿੱਛੇ ਮਨਸ਼ਾ ਹੈਗੀ ਹੈ ਜਿਹੜੀ ਉਹ ਭਗਵੰਤ ਮਾਨ ਦੇ ਲਈ ਪੂਰੀ ਇਮਾਨਦਾਰੀ ਵਾਲੀ ਹੈ ਜਾਂ ਫਿਰ ਇਹਦੇ ਪਿੱਛੇ ਵੀ ਕੋਈ ਅਰਵਿੰਦ ਕੇਜਰੀਵਾਲ ਦਾ ਰਾਜ਼ ਹੈ, ਇਹ ਤਾਂ ਹੁਣ ਮੰਗਲਵਾਰ ਨੂੰ ਹੀ ਪਤਾ ਲੱਗੂਗਾ। ਪਰ ਇਹ ਗੱਲ ਯਕੀਨੀ ਹੈ ਕਿ ਸੋਮਵਾਰ ਦੀ ਰਾਤ ਨੂੰ ਭਗਵੰਤ ਮਾਨ ਨੂੰ ਨੀਂਦ नहीं आनी। कल जनता से, लोगों से, आम इंसानों से राय शुमारी करने के बाद आम आदमी पार्टी आपका अगला, पंजाब का अगला मुख्यमंत्री कौन होगा उसका नाम ऐलानेगी। आम आदमी पार्टी का 2022 के इलेक्शंस का, 2022 इलेक्शंस का CM फेस, CM कैंडिडेट कौन होगा उसके नाम की ऑफिशियल अनाउंसमेंट, औपचारिक घोषणा कल मुख्यमंत्री अरविंद केजरीवाल जी करेंगे। उधर पंजाब कांग्रेस के प्रधान नवजोत सिंह सिद्धू ने मुड़ अपने पंजाब मॉडल का प्रचार किया है। अमृतसर दे विच प्रेस कॉन्फ्रेंस करते हुए उन्होंने पंजाब मॉडल नूं ही पंजाब सूबे दीयां सारियां समस्यावां दा इक्को एक हल दस्सिया है। केबल माफिया ते उही जो पहला ऐलान वो करते हुंदे ने, वो सारे ऐलान नवजोत सिंह सिद्धू ने मुड़ कीते। रेत माफिया, शराब माफिया ते लगाम कसण दा जिहड़ा ओह दावा कीता। केजरीवाल ते वरे ने खास करके सिद्धू ने केजरीवाल नूं पॉलिटिकल टूरिस्ट कहा जो सिर्फ वोटां दे मौसम दे विच ही पंजाब आउंदा है। कहंदे बादलां दीयां बस्सां नूं दिल्ली सड़कां ते चलण दी इजाजत देण पिछे केजरीवाल दी पंजाब प्रति माड़ी सोच है जिहड़ी ओह प्रगट हुंदी है। सिद्धू ने कहा कि कांग्रेस दी देश नूं बहुत देण है। पार्टी ने 70 साल मुल्क नूं चलाया ते इतिहास कुर्बानियां दे नाल भरिया पिया है। करतारपुर साहिब लांघे दी भी गल कीती, क्या कि मेरे लिए खुशकिस्मत ते माण वाली गल है, मैं खुशकिस्मत हाँ कि मेरे करके लांघा जिहड़ा वो खुलिया जाएगा। ते नाल ही सिद्धू ने यह भी ऐलान किया कि सचखंड श्री दरबार साहिब तो गुरबाणी के प्रसारण का अधिकार किसी एक चैनल के कोल नहीं रहेगा। जदों साडी सरकार आएगी तो यह प्रसारण दुनिया के हर कोने में पहुँचाया जाएगा। पर सवाल तो यह उठता है कि हुण भी कांग्रेस की सरकार है, ये 5 सालों के विच क्यों नहीं ये गल्लां कीतियां गईयां। आखिरकार किवें लोग भरोसा करनगे कि आउंदे 5 सालां नूं जिहड़ा पंजाब मॉडल है वो पंजाब दी दिशा ते दशा बदल देवेगा। बहुत सारे सवाल नाल ही नाल लीडरां दे उत्ते उठदे भी ने। पंजाब दे लॉ एंड ऑर्डर दे मसले नूं छड्ड के पंजाब दे हर मसले दा हल
ਇਨਕਮ ਹੈ। ਮੈਂ EMPLOYE ਵੀਰਾਂ ਨੂੰ ਕਹਿਣਾ, ਅੱਜ ਪੰਜਾਬ ਨੂੰ 1000 ਕਰੋੜ ਰੁਪਈਆ ਹੋਵੇ ਤੇ ਕੋਈ ਮਾਸਟਰ, ਕੋਈ ਪ੍ਰੋਫੈਸਰ ਸੜਕ ਦੇ ਉੱਤੇ ਨਾ ਹੋਵੇ। ਪੰਜਾਬ ਕੋਲ 3000 ਕਰੋੜ ਰੁਪਈਆ ਸਰਪਲਸ ਹੋਵੇ ਤੇ ਕੋਈ ਬੰਦਾ ਧਰਨਾ ਨਾ ਦੇਵੇ। ਤੇ ਇੱਥੇ ਇੱਕ ਵੱਡੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੰਭਾਵੀ ਮੁੱਖ ਮੰਤਰੀ ਬਾਰੇ ਵੀ ਦਿੱਤੀ ਹੈ। ਕਿਹਾ ਕਿ ਅਗਲੇ 2 ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋ ਸਕਦਾ ਹੈ। ਹਾਲਾਂਕਿ ਪਿਛਲੇ ਦਿਨ ਆਪਾਂ ਨੂੰ ਇਹੀ ਖਬਰਾਂ ਮਿਲੀਆਂ ਨੇ ਜਦੋਂ ਹਾਈ ਕਮਾਂਡ ਨੇ 5 ਸੂਬਿਆਂ ਦੇ ਵਿੱਚ ਬਿਨਾਂ CM ਚਿਹਰੇ ਤੋਂ ਨਿਤਰਨ ਦਾ ਐਲਾਨ ਕੀਤਾ ਹੈ ਤੇ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਬੋਰਡ ਵੀ ਲੱਗੇ ਨੇ ਜਿਨ੍ਹਾਂ ਦੇ ਵਿੱਚ 3 ਤਸਵੀਰਾਂ ਦਿਖਾਈਆਂ ਗਈਆਂ ਨੇ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ। ਯਾਨੀ ਕਿ ਹਾਈ ਕਮਾਂਡ ਨੇ ਨਵਾਂ ਪੈਂਤੜਾ ਅਪਣਾਇਆ ਹੈ। 3 ਚਿਹਰਿਆਂ ਦੇ ਉੱਤੇ ਇਸ ਵਾਰੀ ਚੋਣ ਲੜੀ ਜਾਊਗੀ, ਪਰ ਸਿੱਧੂ ਕਹਿ ਰਹੇ ਨੇ ਕਿ ਆਉਂਦੇ 1-2 ਦਿਨਾਂ ਚ ਐਲਾਨ ਹੋ ਜਾਏਗਾ। ਸੋ ਦੇਖਦੇ ਹਾਂ ਕੀ ਹੁੰਦਾ ਹੈ। ਉਧਰ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਨੇ ਕਾਂਗਰਸ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲਾਏ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜ਼ਰੀਏ ਇਲਜ਼ਾਮ ਲਾਏ ਨੇ ਕਿ ਮੁੱਖ ਮੰਤਰੀ ਚੰਨੀ ਦੇ ਪਰਿਵਾਰ ਨੂੰ ਅਣਗਹਿਲਿਆਂ ਕੀਤਾ ਗਿਆ ਹੈ, ਜਿਹੜੀ ਸੂਚੀ ਜਾਰੀ ਕੀਤੀ ਗਈ ਹੈ। ਰਾਘਵ ਚੱਡਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਦੇ ਭਰਾ ਡਾਕਟਰ ਮਨੋਹਰ ਸਿੰਘ ਨੂੰ ਬੱਸੀ ਪਠਾਣਾ ਤੋਂ ਟਿਕਟ ਹੀ ਨਹੀਂ ਦਿੱਤੀ। ਸਿਰਫ ਇੱਕ ਭਾਈਚਾਰੇ ਦਾ ਇਸਤੇਮਾਲ ਕਰਨ ਦੇ ਲਈ ਮੁੱਖ ਮੰਤਰੀ ਚੰਨੀ ਨੂੰ ਵਰਤਿਆ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ। ਕਾਂਗਰਸ ਨੇ ਚੰਨੀ ਨੂੰ ਸਿਰਫ ਵਰਤਿਆ, ਉਹਨਾਂ ਦੇ ਪਰਿਵਾਰ ਨੂੰ ਅਣਦੇਖਿਆ ਕੀਤਾ। ਜਦ ਚੱਡਾ ਨੇ ਭਾਈ ਭਤੀਜਾਵਾਦ ਦਾ ਇਲਜ਼ਾਮ ਲਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੂੰ ਸਿਰਫ ਯੂਜ਼ ਐਂਡ ਥਰੋ ਯਾਨੀ ਕਿ ਵਰਤੋਂ ਕਰੋ ਤੇ ਸੁੱਟੋ ਵਾਂਗ ਵਰਤੇ ਜਾਣ ਦਾ ਇਲਜ਼ਾਮ ਹੈ ਜਿਹੜਾ ਉਹ ਲਾਇਆ ਹੈ। कई सारे बड़े बड़े नेताओं के रिश्तेदारों को टिकटें दी गई, लेकिन मुख्यमंत्री चरणजीत सिंह चन्नी के अपने सगे भाई जो बस्सी पठाना में बहुत समय से जा भी रहे हैं और कांग्रेस पार्टी से लंबे अरसे से टिकट मांग रहे हैं, उनको टिकट नहीं दी गई। मुख्यमंत्री के अपने सगे भाई की कांग्रेस ने टिकट काट दी। मुख्यमंत्री के कुटुंब महेंद्र सिंह केपी साहब, महेंद्र केपी जी आदमपुर से टिकट चाहते थे, उन्हें भी टिकट नहीं दी गई क्योंकि वो चन्नी साहब के रिश्तेदार थे। तो कांग्रेस पार्टी ने आज ये सिद्ध कर दिया कि चन्नी साहब को इस्तेमाल कर कर उनसे अपना काम निकलवाकर अब ये कांग्रेस पार्टी के लोग चरणजीत सिंह चन्नी साहब को पहचानते भी नहीं हैं। चन्नी साहब को मुख्यमंत्री आज हम कह सकते हैं कि शायद सिर्फ दलित समाज के SC भाईचारे के लोगों के वोट लेने के लिए इस्तेमाल किया गया था। चरणजीत सिंह चन्नी साहब को कांग्रेस पार्टी उनके ना भाई को ना कुटुंब को किसी को एक भी टिकट नहीं दी। यह दिखाता है कि कांग्रेस ने सिर्फ चन्नी साहब का इस्तेमाल किया, चन्नी साहब को यूज एंड थ्रो किया और उनका मकसद सिर्फ एक समाज के वोट लेने का था, एक समाज को अपीस करने का था। पूरे SC समाज भाईचारे के सामने, दलित भाईचारे के सामने आ गया है। हम सब के सामने कांग्रेस का असली चेहरा आ गया है। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਮੋੜਵਾਂ ਤੇ ਤਿੱਖਾ ਜਵਾਬ ਦਿੱਤਾ ਹੈ ਕਿ ਚੋਣਾਂ ਇੱਕ ਲੋਕਤੰਤਰੀ ਪ੍ਰਕਿਰਿਆ ਹੈ, ਹਰ ਕਿਸੇ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ। ਆਮ ਆਦਮੀ ਪਾਰਟੀ ਦੇ ਬਾਹਰਲੇ ਲੋਕਾਂ ਨੂੰ ਪੰਜਾਬ ਜਾਂ ਇੱਥੋਂ ਦੇ ਲੋਕਾਂ ਦੀ ਸਮਝ ਹੀ ਨਹੀਂ ਹੈ। 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਰਾਘਵ ਚੱਡਾ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਨੂੰ ਆਪਣੇ ਅਪਮਾਨਜਨਕ ਬਿਆਨਾਂ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ, ਇਹ ਕਿਹਾ ਹੈ CM ਚੰਨੀ ਨੇ। ਆਮ ਆਦਮੀ ਪਾਰਟੀ ਵਾਲਾ ਖਾੜਾ ਉਖੜ ਗਿਆ, ਉਹਨਾਂ ਨੇ ਬੜਾ ਬਾਹਰੋਂ ਲਿਆ ਕੇ ਬੰਦੇ ਬਿਠਾਇਆ ਸੀ, ਖਾੜਾ ਇਹ ਉਖੜ ਗਿਆ। ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਉਹ ਪੇਸ਼ ਆ ਰਹੇ, ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਪੇਸ਼ ਆ ਰਹੇ, ਉਹਨਾਂ ਦੀ ਹੁਣ ਕੋਈ ਪੇਸ਼ ਪੰਜਾਬ ਚੱਲਦੀ ਨਹੀਂ। ਬੁਖਲਾਹਟ ਵਿੱਚ ਆਏ ਹੋਏ ਹੈ, ਉਹ ਹਰ ਕਿਸੇ ਨੂੰ ਉਲਟਾ ਬੋਲਣਾ ਪਰ ਲੱਗ ਗਏ ਹੈ। ਇਸ ਕਰਕੇ ਇਹ ਹੁਣ ਰਾਸ ਨਹੀਂ ਆਣੀ ਗੱਲ। ਹੁਣ ਇਹਦੇ ਚ ਜੋ ਮਰਜ਼ੀ ਗੱਲਾਂ
ਉਧਰ ਆਮ ਆਦਮੀ ਪਾਰਟੀ ਨੇ 3 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਤੱਕ 10ਵੀਂ ਸੂਚੀ ਜਾਰੀ ਕੀਤੀ ਗਈ ਹੈ ਤੇ ਸਿਰਫ 5 ਨਾਵਾਂ ਦਾ ਐਲਾਨ ਹੀ ਬਾਕੀ ਰਹਿ ਗਿਆ। ਹੁਣ ਤੱਕ 112 ਉਮੀਦਵਾਰਾਂ ਦਾ ਐਲਾਨ ਪਾਰਟੀ ਕਰ ਚੁੱਕੀ ਹੈ। ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਲੱਗਿਆ ਜਦੋਂ ਇੱਥੇ ਉਮੀਦਵਾਰ ਅਨਾਉਂਸ ਕੀਤੇ ਗਏ। ਆਸ਼ੂ ਬਾਂਗੜ ਨੇ ਹੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਖੁਦ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ। ਆਸ਼ੂ ਬਾਂਗੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਡਾ ਅਤੇ ਹੋਰ ਅਬਜ਼ਰਵਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਪਰੇਸ਼ਾਨੀਆਂ ਕਰਕੇ ਮੈਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ, ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ। ਉਹਨਾਂ ਨੇ ਕਈ ਵੱਡੇ ਖੁਲਾਸੇ ਵੀ ਕੀਤੇ। ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਵੀ ਭੇਜਿਆ ਤੇ ਨਾਲ ਹੀ ਬੜੇ ਕਾਰਨ ਦੱਸੇ ਨੇ ਕਿ ਪੰਜਾਬ ਦੇ ਵਿੱਚ ਪਾਰਟੀ ਕੀ ਕੁਝ ਕਰ ਰਹੀ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਵੀ ਉਹਨਾਂ ਨੇ ਕੀਤੀ ਕਿ ਇਸ ਤੋਂ ਤੁਹਾਡਾ ਜਿਹੜਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ, ਨਾਲ ਹੀ ਤੁਸੀਂ ਹਿਊਮਨ ਰਾਈਟਸ ਦੇ ਕਿੰਨੇ ਕੁ ਕਦਰਦਾਨ ਹੈਗੇ ਹੋ ਇਹ ਵੀ ਪਤਾ ਲੱਗ ਗਿਆ। ਤੇ ਨਾਲ ਹੀ ਉਹਨਾਂ ਨੇ ਰਾਘਵ ਚੱਡਾ ਤੇ ਵੀ ਤਿੱਖੇ ਨਿਸ਼ਾਨੇ ਲਾਏ ਨੇ ਕਿ ਬਾਹਰਲਿਆਂ ਨੂੰ ਲਿਆ ਕੇ ਸਾਡੇ ਸਿਰ ਦੇ ਉੱਤੇ ਬਿਠਾ ਦਿੱਤਾ ਜਾਂਦਾ ਹੈ ਅਤੇ ਕੋਈ ਵੀ ਇੱਜ਼ਤ ਮਾਣ ਨਹੀਂ ਮਿਲਦਾ। ਰਵਾਇਤੀ ਪਾਰਟੀਆਂ ਦੇ ਵਰਗੀ ਹੀ ਇਹ ਪਾਰਟੀ ਹੈ। ਕਹਿੰਦੇ ਮੈਂ ਸ਼ਾਮਿਲ ਹੋਇਆ ਸੀ ਇਸ ਪਾਰਟੀ ਦੇ ਵਿੱਚ ਕਿ ਕੁਝ ਵੱਖਰਾ ਕਰਕੇ ਦਿਖਾਏਗੀ, ਪਰ ਮੇਰੀਆਂ ਆਸਾਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ। ਨਾਲ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉਹਨਾਂ ਨੇ RSS ਦੇ ਨਾਲ ਸੰਬੰਧਾਂ ਦੇ ਦੋਸ਼ ਵੀ ਲਾਏ ਤੇ ਹੋਰ ਵੀ ਕਾਫੀ ਕੁਛ ਇਸ ਲੰਬੀ ਚੌੜੀ ਚਿੱਠੀ ਦੇ ਵਿੱਚ ਕਿਹਾ ਗਿਆ ਹੈ। ਇੱਕ ਵੱਖਰੀ ਖਬਰ ਅਸੀਂ ਪਾਈ ਹੈ, ਇਸ ਨੂੰ ਲੈ ਕੇ ਤੁਸੀਂ ਜ਼ਰੂਰ ਸੁਣ ਸਕਦੇ ਹੋ। ਤੇ ਆਮ ਆਦਮੀ ਪਾਰਟੀ ਨੂੰ ਛੱਡਣ ਤੋਂ ਬਾਅਦ ਆਸ਼ੂ ਬਾਂਗੜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਚੰਨੀ ਨੇ ਆਸ਼ੂ ਬਾਂਗੜ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਵੀ ਕੀਤਾ। ਤੋਂ ਆਸ਼ੂ ਬਾਂਗੜ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਤਾਂ ਆਮ ਆਦਮੀ ਪਾਰਟੀ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਮੁਹਿੰਮ ਚਲਾ ਦਿੱਤੀ। ਆਪਣੇ ਵੱਖ-ਵੱਖ ਹਲਕਿਆਂ ਤੋਂ ਉਮੀਦਵਾਰਾਂ ਦੀਆਂ ਵੀਡੀਓਜ਼ ਧੜਾਧੜ ਪਾ ਦਿੱਤੀਆਂ ਕਿ ਕਾਂਗਰਸ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਫਿਰੋਜ਼ਪੁਰ ਦਿਹਾਤੀ ਹਲਕੇ ਦੇ ਉਮੀਦਵਾਰ ਨੇ ਤਾਂ ਪਾਰਟੀ ਛੱਡ ਦਿੱਤੀ ਤਾਂ ਸ਼ਹਿਰੀ ਹਲਕੇ ਦੇ ਉਮੀਦਵਾਰ ਮਨਮੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਨੂੰ ਰਵਾਇਤੀ ਪਾਰਟੀਆਂ ਬਹੁਤ ਲਾਲਚ ਦੇ ਰਹੀਆਂ ਨੇ, ਕਾਂਗਰਸ ਤੇ ਦਬਾਅ ਬਣਾਉਣ ਦਾ ਇਲਜ਼ਾਮ ਲਾਇਆ। ਉਹਨਾਂ ਨੇ ਕਿਹਾ ਕਿ ਅਸੀਂ ਕੇਜਰੀਵਾਲ ਦੇ ਨਾਲ ਹਾਂ, ਨਾਲ ਹੀ ਰਹਾਂਗੇ, ਮਰ ਜੀਵੜਿਆਂ ਦੀ ਪਾਰਟੀ ਨੂੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਨੂੰ ਬੇਸ਼ੱਕ ਰਵਾਇਤੀ ਪਾਰਟੀਆਂ ਵੱਲੋਂ ਬੜੇ ਲਾਲਚ ਦਿੱਤੇ ਜਾ ਰਹੇ ਆ, ਪੈਸੇ ਵੀ ਆਫਰ ਕੀਤੇ ਜਾ ਰਹੇ ਆ ਕਿ ਤੁਸੀਂ ਸਾਡੇ ਨਾਲ ਆ ਜਾਓ, ਔਰ ਇਹ ਕਮ ਸੇ ਕਮ ਬੜੇ ਲੰਮੇ ਸਮੇਂ ਤੋਂ ਪ੍ਰੋਸੈਸ ਚੱਲ ਰਿਹਾ। ਹੁਣ ਥੋੜਾ ਜਿਹਾ ਤੇਜ਼ ਕੀਤਾ ਰਵਾਇਤੀ ਪਾਰਟੀਆਂ ਨੇ, ਲੇਕਿਨ ਅਸੀਂ ਅੱਜ ਵੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਆ ਔਰ ਕੱਲ ਵੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਆ। ਔਰ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਜਿਹੜੀ ਸੋਚ ਆ ਉਹ ਅੱਜ ਆਮ ਆਦਮੀ ਪਾਰਟੀ ਨਾਲ ਆ ਔਰ ਅੱਜ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਇਹ ਇੱਕ ਸੰਘਰਸ਼ ਹੈ ਔਰ ਇਸ ਸੰਘਰਸ਼ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਆਸਥਾ ਲੱਗੀ ਹੋਈ ਆ। ਔਰ ਜਿਹੜੇ ਵੀ ਲੋਕ ਅੱਜ ਇਸ ਪਾਰਟੀ ਨਾਲ ਦਗਾ ਕਰਨਗੇ, ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਦਬਾਅ ਪੈਂਦਾ ਹੈ, ਪ੍ਰੈਸ਼ਰਾਈਜ਼ ਕੀਤਾ ਜਾਂਦਾ ਰਿਹਾ, ਪਰਚੀਆਂ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ, ਗੁੰਡਿਆਂ ਦੀਆਂ ਵੀ ਧਮਕੀਆਂ ਆਉਂਦੀਆਂ ਰਹੀਆਂ, ਪਰ ਅਰਵਿੰਦ ਜੀ ਦੇ ਨਾਲ ਅਸੀਂ ਅਡੋਲ ਖੜੇ ਰਹੇ ਹਾਂ ਤੇ ਅੱਗੇ ਵੀ ਖੜੇ ਰਹਾਂਗੇ। ਔਰ 2014 ਤੋਂ ਇਸ ਲੜਾਈ ਨੂੰ ਅਸੀਂ ਲੜ ਰਹੇ ਹਾਂ ਔਰ ਇਹ ਲੜਾਈ ਜਿਹੜੀ ਹੈ ਜਾਰੀ ਰਹੇਗੀ। ਬਸੀ ਪਠਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਪੀ ਨੇ ਵੀ ਅਜਿਹਾ ਹੀ ਇਲਜ਼ਾਮ ਲਾਇਆ ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੇ ਆਖਿਰਕਾਰ ਆਪਣੇ ਭ੍ਰਿਸ਼ਟ ਹੋਣ ਦਾ ਸਬੂਤ ਦੇ ਦਿੱਤਾ ਹੈ। ਪੰਜਾਬ ਵਿਰੋਧੀ ਕਾਂਗਰਸ ਦੇ ਵੱਲੋਂ ਪੰਜਾਬ 'ਚ ਆਉਣ ਜਾ ਰਹੀ ਸਮਾਜਿਕ ਤੇ ਸਿਆਸੀ ਕ੍ਰਾਂਤੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਸੋ ਇਹ ਬੜੀ ਦੇਖਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇਸ ਵਾਰੀ ਕਾਂਗਰਸ ਨੂੰ ਹੀ ਆਪਣਾ ਜਿਹੜਾ ਵੱਡਾ ਵਿਰੋਧੀ ਬਣ ਰਹੀ ਹੈ। ਕਾਂਗਰਸ ਤੇ ਹੀ ਨਿਸ਼ਾਨੇ ਲਾਏ ਜਾ ਰਹੇ ਨੇ, ਜਦ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਕਿਸੇ ਪਾਰਟੀ ਦਾ ਨਾਮ ਬਹੁਤ ਘੱਟ ਲਿਆ ਜਾ ਰਿਹਾ ਹੈ। ਨਿਸ਼ਾਨਾ ਸਿੱਧਾ ਕਾਂਗਰਸ ਵੱਲ ਜਾਂਦਾ ਹੈ। ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਸ਼ਨੂੰ ਸ਼ਰਮਾ ਆਪਣੇ ਸਮਰਥਕਾਂ ਸਣੇ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਰਮਾ ਤੇ ਉਹਨਾਂ ਦੇ ਸਮਰਥਕਾਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸੰਯੁਕਤ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ। ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ, ਵਿਧਾਨ ਸਭਾ ਦੇ ਸਪੀਕਰ ਵੀ ਰਹਿ ਚੁੱਕੇ ਨੇ। ਨਸ਼ਿਆਂ ਦੇ ਮਾਮਲੇ ਵਿੱਚ ਨਾ ਆਉਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਸਰਵਣ ਸਿੰਘ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਸੀ ਅਕਾਲੀ ਦਲ ਨੂੰ ਛੱਡ ਕੇ, ਤੇ ਹੁਣ ਵਾਪਸ ਕਾਂਗਰਸ ਨੂੰ ਅਲਵਿਦਾ ਕਹਿ ਕੇ ਉਹ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਢੀਂਡਸਾ ਨੇ ਫਲੋਰ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਨਵਤੇਜ ਸਿੰਘ ਚੀਮਾ ਨੂੰ ਮੁੜ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਨੌਜਵਾਨ ਲੀਡਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇੰਦਰ ਪ੍ਰਤਾਪ ਨੇ ਦਾਅਵਾ ਕੀਤਾ ਹੈ
ਕਿ ਕਾਂਗਰਸ ਵੱਲੋਂ ਕਰਵਾਏ ਗਏ ਸਰਵੇਖਣ ਦੇ ਵਿੱਚ ਵੀ ਨਵਤੇਜ ਸਿੰਘ ਚੀਮਾ ਦੀ ਹਾਲਤ ਬਹੁਤ ਪਤਲੀ ਦੱਸੀ ਗਈ ਸੀ। ਉਹਨਾਂ ਤੋਂ ਜੋ ਸਵਾਲ ਪੁੱਛਿਆ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਉਹਨਾਂ ਦੇ ਪਿਤਾ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ, ਤਾਂ ਇਹਦੇ ਨਾਲ ਕੀ ਕਾਂਗਰਸ ਨੂੰ ਨੁਕਸਾਨ ਨਹੀਂ ਹੋਏਗਾ? ਉਹ ਕਹਿੰਦੇ ਕਿ ਨੁਕਸਾਨ ਨਹੀਂ ਹੋਏਗਾ, ਬਲਕਿ ਪਾਰਟੀ ਮਜ਼ਬੂਤ ਹੋਏਗੀ। ਹਲਕਾ ਘਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਭਾਣਜੇ ਹਰਵਿੰਦਰ ਸਿੰਘ ਹਰਪਾਲਪੁਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਸੰਯੁਕਤ ਸਮਾਜ ਮੋਰਚੇ ਦੇ ਝੰਡੇ ਹੇਠ ਯਾਨੀ ਕਿ ਕਿਸਾਨਾਂ ਦੀ ਪਾਰਟੀ ਦੇ ਨਾਲ ਆ ਗਏ ਨੇ। ਕਾਂਗਰਸ ਪਾਰਟੀ ਨੇ ਜਦੋਂ ਤੋਂ ਪਹਿਲੀ ਸੂਚੀ ਐਲਾਨੀ ਹੈ ਉਦੋਂ ਤੋਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਬਗਾਵਤ ਦੀਆਂ ਸੁਰਾਂ ਨੇ ਜਿਹੜੀਆਂ ਉਹ ਛਿੜੀਆਂ ਪਈਆਂ ਨੇ। ਬਾਗੀ ਸੁਰਾਂ ਮੌੜ ਮੰਡੀ ਹਲਕੇ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੇ ਵੀ ਦਿਖਾ ਦਿੱਤੀਆਂ ਨੇ। ਟਿਕਟ ਨਹੀਂ ਮਿਲੀ, ਪਹਿਲੀ ਸੂਚੀ ਵਿੱਚ ਨਾਮ ਨਹੀਂ ਆਇਆ ਹੈ, ਤਾਂ ਡੇਰਾ ਮੁਖੀ ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਦੇ ਰਿਸ਼ਤੇਦਾਰ ਹਰਮਿੰਦਰ ਸਿੰਘ ਜੱਸੀ ਨੇ ਸਿਰਸੇ ਜਾ ਕੇ ਡੇਰਾ ਲਾ ਲਿਆ। ਹਾਲਾਂਕਿ ਡੇਰੇ 'ਚ ਜਾਣ ਦੀ ਬਜਾਏ ਹਰਮਿੰਦਰ ਜੱਸੀ ਆਪਣੇ ਜਵਾਈ ਜਸਮੀਤ ਤੇ ਬੇਟੀ ਹੁਸਨਮੀਤ ਨੂੰ ਮਿਲਿਆ। ਪਿਛਲੀ ਵਾਰੀ ਜੱਸੀ ਨੇ ਇਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀਗੀ ਤੇ ਇਹ ਵੀ ਕਿਆਸ ਲੱਗ ਰਹੇ ਨੇ ਕਿ ਹਰਮਿੰਦਰ ਜੱਸੀ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਜੱਸੀ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਵੀ ਕੀਤੀ। ਐਡਮ ਬਲਾਕ ਦੇ ਵਿੱਚ ਡੇਰਾ ਪ੍ਰਬੰਧਕਾਂ ਨੂੰ ਵੀ ਮਿਲਣ ਦੀ ਖਬਰ ਮਿਲੀ ਹੈ। ਐਨੀ ਦਿਨੀ ਡੇਰੇ ਦੀ ਵਾਗਡੋਰ ਹੈ ਜਿਹੜੀ ਵਿਪਾਸਨਾ ਇੰਸਾਂ ਸੋਭਾ ਇੰਸਾਂ ਤੇ PR ਨੈਣ ਦੇ ਕੋਲ ਹੈ। PR ਨੈਣ ਦੇ ਬਾਰੇ ਇਹੀ ਕਿਹਾ ਗਿਆ ਸੀ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਡੇਰੇ ਦੇ ਵਿੱਚ ਨਹੀਂ ਹੈ ਕਿਉਂਕਿ ਸਿੱਟ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ। ਸੋ ਹਰਮਿੰਦਰ ਸਿੰਘ ਜੱਸੀ ਡੇਰੇ ਦੇ ਵਿੱਚ ਜਾ ਕੇ ਸ਼ਾਇਦ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਕਿ ਉਹਨਾਂ ਦੇ ਨਾਲ ਕਿੰਨੀਆਂ ਵੋਟਾਂ ਨੇ ਤੇ ਜੇ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਡੇਰੇ ਦੀਆਂ ਵੋਟਾਂ ਖੁੱਸ ਸਕਦੀਆਂ ਨੇ। ਇੱਕ ਸੰਕੇਤ ਹੈ ਜਿਹੜਾ ਉਹ ਦਿੱਤਾ ਗਿਆ ਪਾਰਟੀ ਨੂੰ। ਸੀਨੀਅਰ ਕਾਂਗਰਸੀ ਲੀਡਰ ਤੇ ਗੜਸ਼ੰਕਰ ਤੋਂ 2 ਵਾਰੀ MLA ਰਹੇ ਲਵ ਕੁਮਾਰ ਗੋਲਡੀ ਆਪਣੇ ਸੈਂਕੜੇ ਸਮਰਥਕਾਂ ਜਿਨ੍ਹਾਂ ਦੇ ਵਿੱਚ ਇਲਾਕੇ ਦੇ ਸਰਪੰਚ, ਨਗਰ ਕੌਂਸਲ ਤੇ ਬਲਾਕ ਸਮਿਤੀਆਂ ਦੇ ਮੈਂਬਰ ਵੀ ਸ਼ਾਮਿਲ ਸਨ, ਉਹਨਾਂ ਸਣੇ ਪੰਜਾਬ ਲੋਕ ਕਾਂਗਰਸ ਯਾਨੀ ਕਿ ਕੈਪਟਨ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਤੇ ਉਧਰ ਮਾਨਸਾ ਤੋਂ ਜਿਹੜਾ ਗਾਗੋਵਾਲ ਪਰਿਵਾਰ ਹੈ ਉਸ ਤੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਚਰਚੇ ਚੱਲ ਰਹੇ ਨੇ। ਭਗਵੰਤਪਾਲ ਸੱਚਰ ਦੀ 24 ਘੰਟੇ ਦੇ ਅੰਦਰ ਹੀ ਘਰ ਵਾਪਸੀ ਹੋ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਕਾਂਗਰਸੀ ਲੀਡਰ ਬੀਜੇਪੀ ਨੂੰ ਛੱਡ ਕੇ ਮੁੜ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ। ਇੱਕ ਅੱਧਾ ਦਿਨ ਪਹਿਲਾਂ ਹੀ ਇਹ ਬੀਜੇਪੀ 'ਚ ਸ਼ਾਮਿਲ ਹੋਏ ਸੀ। ਸੋ ਇਸ ਵਾਰੀ ਇਹ ਵੋਟਾਂ ਦੇ ਮਾਹੌਲ ਦੇ ਵਿੱਚ ਇਹ ਬੜੀ ਦੇਖਣ ਨੂੰ ਗੱਲ ਮਿਲ ਰਹੀ ਹੈ। ਪਹਿਲਾਂ ਤਾਂ ਇਹ ਹੁੰਦਾ ਸੀ ਕਿ ਦਲ ਬਦਲੀਆਂ ਹੁੰਦੀਆਂ ਸੀ, ਇੱਕ ਪਾਰਟੀ ਤੋਂ ਦੂਸਰੀ ਪਾਰਟੀ ਵਿੱਚ ਚਲੇ ਗਏ ਤਾਂ ਚਲੇ ਗਏ, ਪਰ ਹੁਣ ਇਹ ਹੋ ਰਿਹਾ ਕਿ ਕੁਝ ਘੰਟਿਆਂ ਬਾਅਦ ਵਾਪਸ ਆ ਜਾਂਦੇ ਨੇ। ਕੁਝ ਦਿਨਾਂ ਬਾਅਦ ਕਈ ਜਿਹੜੇ ਉਮੀਦਵਾਰ ਨੇ, ਕਈ ਲੀਡਰ ਵਾਪਸ ਆਈ ਜਾ ਰਹੇ ਨੇ। ਇੱਕ ਵੱਖਰਾ ਰੁਝਾਨ ਹੈ ਜਿਹੜਾ ਦੇਖਣ ਨੂੰ ਮਿਲਿਆ ਹੈ। ਮਾਨਸਾ ਦੇ ਵਿੱਚ ਵੀ ਕਈ ਸਾਰੇ ਨੌਜਵਾਨ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹਾ ਵੱਡੀਆਂ ਸਮੱਸਿਆਵਾਂ ਦੇ ਨਾਲ ਘਿਰਿਆ ਹੋਇਆ ਹੈ। ਸਿਹਤ ਸੇਵਾਵਾਂ ਨੂੰ ਲੈ ਕੇ ਵੀ ਮਾਨਸਾ ਦੇ ਲੋਕਾਂ ਨੂੰ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਜਾਣਾ ਪੈਂਦਾ ਹੈ। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵੀ ਇੱਥੇ ਕਾਫੀ ਕੁਝ ਕਰਨ ਦੀ ਲੋੜ ਹੈ ਤੇ ਆਮ ਆਦਮੀ ਪਾਰਟੀ ਇਹ ਸਾਰੇ ਕੰਮ ਹੈ ਜਿਹੜੇ ਉਹ ਪੂਰੇ ਕਰੇਗੀ। ਮਾਨਸਾ ਦੇ ਅਗਰਸੈਨ ਭਵਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਨਿੱਕਾ ਜਿਹਾ ਪ੍ਰੋਗਰਾਮ ਕੀਤਾ ਗਿਆ ਚੋਣਾਂ ਨੂੰ ਲੈ ਕੇ ਤੇ ਇਸ ਮੌਕੇ ਨੌਜਵਾਨ ਨੇ ਜਿਹੜੇ ਉਹ ਸ਼ਾਮਿਲ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ। ਪੰਜਾਬ ਇੱਕ ਬਦਲਾਅ ਵੱਲ ਵਧ ਰਿਹਾ ਜੀ ਔਰ ਅੱਜ ਇਸ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਨਾਲ ਜੁੜਨਾ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਚ ਨਿਰਸਵਾਰਥ ਵਿਸ਼ਵਾਸ ਕਰਨਾ, ਇਹ ਦਿਖ ਰਿਹਾ ਹੈ ਕਿ ਆਉਣ ਵਾਲੇ ਮਹੀਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਆਪ ਮੁਹਾਰੇ ਸਾਡੇ ਨੌਜਵਾਨ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਹੜੇ ਉਹਨਾਂ ਦਾ ਤੇ ਪੰਜਾਬ ਦਾ ਭਵਿੱਖ ਸੁਰੱਖਿਅਤ ਰੱਖ ਸਕਦੀ ਹੈ। ਮਾਨਸਾ 'ਚ ਸਮੱਸਿਆਵਾਂ ਹੀ ਸਮੱਸਿਆਵਾਂ ਨੇ ਜੀ। ਮੈਂ ਤਾਂ ਬਹੁਤ ਦੇਰ ਤੋਂ 27 ਸਾਲਾਂ ਤੋਂ ਮਾਨਸਾ ਰਹਿ ਰਿਹਾ, ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਅਜਿਹੀ ਸਮੱਸਿਆ ਜਿਹੜੀ ਮਾਨਸਾ 'ਚ ਨਹੀਂ ਹੈ। ਟ੍ਰੈਫਿਕ ਦੀ ਸਮੱਸਿਆ ਮਾਨਸਾ 'ਚ, ਸਫਾਈ ਦੀ ਸਮੱਸਿਆ ਮਾਨਸਾ 'ਚ ਔਰ ਤੁਸੀਂ ਸੀਵਰੇਜ ਦੀ ਸਮੱਸਿਆ ਮਾਨਸਾ 'ਚ ਔਰ ਕੋਈ ਮਤਲਬ ਡਸਟਬਿਨ ਨਹੀਂ, ਕੋਈ ਕੂੜਾ ਚੱਕਣ ਦਾ ਪ੍ਰਬੰਧ ਨਹੀਂ ਹੈ। ਪੰਜਾਬ ਦੇ ਵਿੱਚ ਕਈ ਸਾਰੇ ਲੀਡਰ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਹ ਬੀਜੇਪੀ ਦੇ ਵਿੱਚ ਵੀ ਸ਼ਾਮਿਲ ਹੋ ਰਹੇ ਨੇ। ਅਜਿਹੇ ਹੀ ਇੱਕ ਲੀਡਰ ਨੇ SGPC ਮੈਂਬਰ ਹਰਪਾਲ ਸਿੰਘ ਜੱਲਾ ਸੀ। ਇਹਨਾਂ ਦਾ ਆਪਦਾ ਪਿੰਡ ਹੈ। ਇੱਥੇ ਪਿੰਡ ਵਾਲਿਆਂ ਨੇ ਘੇਰ ਕੇ ਖਰੀਆਂ ਗੱਲਾਂ ਸੁਣਾਈਆਂ ਨੇ। ਵੀਡੀਓ ਵਾਇਰਲ ਹੋਈ ਹੈ, ਚਰਚਾ ਦਾ ਵਿਸ਼ਾ ਬਣੀ ਪਈ ਹੈ ਕਿਉਂਕਿ ਬੀਜੇਪੀ 'ਚ ਸ਼ਾਮਿਲ ਹੋਣ ਵਾਲੇ ਜੱਲਾ ਨੂੰ ਕਿਸਾਨਾਂ ਤੇ ਆਮ ਲੋਕਾਂ ਵੱਲੋਂ ਬੜੇ ਤਿੱਖੇ ਸਵਾਲ ਕੀਤੇ ਗਏ ਨੇ।
ਉਹਨਾਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ। ਜ਼ਿੰਮੇਦਾਰ ਬੀਜੇਪੀ ਸਰਕਾਰ ਹੈ। ਬੀਜੇਪੀ ਨੇ ਤੁਹਾਨੂੰ 2 ਕਰੋੜ ਰੁਪਏ ਦਿੱਤੇ ਨੇ। ਜਦੋਂ ਤੁਸੀਂ ਐਸਜੀਪੀਸੀ ਮੈਂਬਰ ਬਣ ਕੇ ਆਉਂਦੇ ਸੀ ਅਸੀਂ ਸਵਾਗਤ ਕਰਦੇ ਸੀ, ਪਰ ਹੁਣ ਜਦੋਂ ਤੁਸੀਂ ਉਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹੋ ਜਿਸ ਨੇ 700 ਤੋਂ ਵੱਧ ਕਿਸਾਨਾਂ ਦੀ ਜਾਨ ਲੈ ਲਈ ਤਾਂ ਅਸੀਂ ਤੁਹਾਡਾ ਸਵਾਗਤ ਨਹੀਂ ਕਰਾਂਗੇ। ਇਸੇ ਤਰ੍ਹਾਂ ਵਿਰੋਧ ਕਰਾਂਗੇ, ਘੇਰ ਕੇ ਤੁਹਾਨੂੰ ਸਵਾਲ ਪੁੱਛਿਆ ਕਰਾਂਗੇ। ਹਾਲੇ ਵੀ ਵਕਤ ਨੇ ਕੁਝ ਨਹੀਂ ਵਿਗਾੜਿਆ, ਬੀਜੇਪੀ ਨੂੰ ਛੱਡ ਦਿਓ, ਨਹੀਂ ਤਾਂ ਇਸੇ ਤਰ੍ਹਾਂ ਵਿਰੋਧਤਾ ਹੋਏਗੀ। ਬੀਜੇਪੀ ਦੇ ਵੱਲੋਂ ਕਰੋੜਾਂ ਰੁਪਏ ਮਿਲਣ ਦੀ ਗੱਲ ਤੇ ਜੱਲਾ ਨੇ ਜਿਹੜੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗੇ। ਜੋ ਲੋਕਾਂ ਨੇ ਕਿਹਾ ਕਿ ਤੁਸੀਂ 2 ਕਰੋੜ ਰੁਪਏ ਲਏ ਨੇ ਤਾਂ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਮੂੰਹ ਚੋਂ ਕਿਹਾ। ਪਿੰਡ ਵਾਸੀਆਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਤੁਸੀਂ ਬੀਜੇਪੀ ਨਹੀਂ ਛੱਡੋਗੇ ਤਾਂ ਪਿੰਡ 'ਚ ਵੜਨ ਨਹੀਂ ਦਿਆਂਗੇ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਹੋਰ ਪਰਚਾ ਹੋ ਗਿਆ ਹੈ, ਪਰ ਇਹ ਪਰਚਾ ਕੋਈ ਨਸ਼ਿਆਂ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਕਰਕੇ ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਦਰਜ ਕੀਤਾ ਗਿਆ ਹੈ। ਕੇਸ ਧਾਰਾ 188 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 52 ਐਪੀਡੈਮਿਕ ਡਿਜ਼ੀਜ਼ਸ ਐਕਟ 1897 ਹੇਠ ਥਾਣਾ ਸੁਲਤਾਨਵਿੰਡ ਦੇ ਵਿੱਚ ਦਰਜ ਕੀਤਾ ਗਿਆ ਹੈ। ਐਨਡੀਪੀਐਸ ਐਕਟ ਹੇਠ ਪਹਿਲਾਂ ਹੀ ਕੇਸ ਦਰਜ ਹੈ। ਇਸ ਕੇਸ ਦੇ ਵਿੱਚੋਂ ਜਦੋਂ ਜ਼ਮਾਨਤ ਮਿਲੀ ਤਾਂ ਸ਼ੁਕਰਾਨੇ ਵਜੋਂ ਬਿਕਰਮ ਮਜੀਠੀਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਤੇ ਜਦੋਂ ਗਏ ਸੀ ਵੱਡਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ। ਵੱਡੀ ਗਿਣਤੀ ਵਿੱਚ ਸਮਰਥਕ ਮਜੀਠੀਆ ਦੇ ਨਾਲ ਗਏ ਸੀ। ਸਿਰੋਂ ਪਾਉ ਤੇ ਫੁੱਲਾਂ ਦੇ ਹਾਰ ਪਾ ਕੇ ਮਜੀਠੀਆ ਦਾ ਸਵਾਗਤ ਕੀਤਾ ਗਿਆ ਸੀ, ਪਰ ਚੋਣ ਕਮਿਸ਼ਨ ਨੇ ਇਸ ਨੂੰ ਕਰੋਨਾ ਨਿਯਮਾਂ ਦੀ ਉਲੰਘਣਾ ਦੱਸਿਆ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਰਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਇਹ ਖਬਰ ਮਿਲੀ ਹੈ ਕਿ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ 13 ਜਨਵਰੀ ਨੂੰ ਉਹਨਾਂ ਨੇ ਆਪਣੀ ਕਿਰਪਾਨ ਦੇ ਨਾਲ ਆਪਣੇ ਆਪ ਨੂੰ ਜ਼ਖਮੀ ਕਰ ਲਿਆ ਸੀ। ਹਸਪਤਾਲ ਦੇ ਵਿੱਚ ਦਾਖਲ ਸਨ ਤੇ 17 ਜਨਵਰੀ ਨੂੰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਹਨਾਂ ਦੀ ਮੌਤ ਹੋ ਗਈ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਸ਼ਮੀਰ ਪ੍ਰੈਸ ਕਲੱਬ ਨੂੰ ਦਿੱਤੀ ਜ਼ਮੀਨ ਤੇ ਉਸ ਉੱਤੇ ਬਣੀ ਇਮਾਰਤ ਵਾਪਸ ਲੈ ਲਈ ਹੈ। ਵਾਦੀ ਸਥਿਤ ਪੱਤਰਕਾਰਾਂ ਦੀ ਇਹ ਸਭ ਤੋਂ ਵੱਡੀ ਸੰਸਥਾ ਹੈ ਜਿਹਦੇ ਵਿੱਚ ਪਿਛਲੇ ਹਫ਼ਤੇ ਦੀ ਗੁੱਟਬਾਜ਼ੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਪੱਤਰਕਾਰਾਂ ਦੇ ਵੱਖ-ਵੱਖ ਗਰੁੱਪਾਂ ਦੇ ਵਿਚਾਲੇ ਅਸਹਿਮਤੀ ਤੇ ਘਟਨਾਵਾਂ ਵਾਪਰਨ ਦੇ ਵਿਚਾਲੇ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀਨਗਰ ਦੇ ਪੋਲੋ ਵਿਊ ਸਥਿਤ ਕਸ਼ਮੀਰ ਪ੍ਰੈਸ ਕਲੱਬ ਨੂੰ ਅਲਾਟ ਕੀਤੀ ਗਈ ਇਮਾਰਤ ਦੀ ਅਲਾਟਮੈਂਟ ਰੱਦ ਕਰਕੇ ਕੰਪਲੈਕਸ ਦੀ ਜ਼ਮੀਨ ਅਤੇ ਇਸ ਉੱਤੇ ਬਣੇ ਭਵਨ ਨੂੰ ਅਸਟੇਟ ਵਿਭਾਗ ਨੂੰ ਵਾਪਸ ਕਰ ਦਿੱਤਾ ਜਾਵੇ। ਰਵਾਇਤੀ ਭਾਰਤੀ ਨ੍ਰਿਤ ਸ਼ੈਲੀ ਕੱਥਕ ਨੂੰ ਵਿਸ਼ਵ ਪੱਧਰ ਤੇ ਲਿਜਾਣ ਵਾਲੇ ਮਸ਼ਹੂਰ ਕੱਥਕ ਡਾਂਸਰ ਬਿਰਜੂ ਮਹਾਰਾਜ ਦੀ ਮੌਤ ਹੋ ਗਈ ਹੈ। ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਸੋਮਵਾਰ ਨੂੰ ਦੇਹਾਂਤ ਹੋ ਗਿਆ। ਪੋਤੀ ਨੇ ਜਾਣਕਾਰੀ ਦਿੱਤੀ। ਮਹਾਰਾਜ ਜੀ ਦੇ ਨਾਮ ਨਾਲ ਮਸ਼ਹੂਰ ਬਿਰਜੂ ਮਹਾਰਾਜ ਅਗਲੇ ਮਹੀਨੇ 84 ਸਾਲਾਂ ਦੇ ਹੋਣ ਵਾਲੇ ਸੀ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਵੱਡੇ ਲੀਡਰਾਂ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬ ਦੇ ਨਾਲ ਯੂਪੀ ਦੇ ਵਿੱਚ ਵੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ। ਇੱਥੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਰੋਨਾ ਪ੍ਰੋਟੋਕਾਲ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਨੂੰ ਚੁਣੌਤੀ ਦਿੱਤੀ ਹੈ ਤੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਹੈ। ਉਧਰ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਗੋਰਖਪੁਰ ਤੋਂ ਚੋਣ ਲੜ ਰਹੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਯੋਗੀ ਜੀ ਕਿਤੇ ਵੀ ਚੋਣ ਲੜਨ, ਜਨਤਾ ਉਹਨਾਂ ਨੂੰ ਵੋਟ ਨਹੀਂ ਦੇਵੇਗੀ। AIMIM ਦੇ ਮੁਖੀ ਅਸਾਉਦੀਨ ਓਵੈਸੀ ਨੇ ਦੱਸਿਆ ਕਿ ਸਾਡੀ ਪਾਰਟੀ ਵੀ ਉੱਤਰ ਪ੍ਰਦੇਸ਼ ਚੋਣਾਂ ਦੇ ਵਿੱਚ ਨਿਤਰੇਗੀ, 100 ਸੀਟਾਂ ਤੇ ਚੋਣ ਲੜੇਗੀ। ਐਤਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਲਈ ਇਹਨਾਂ ਨੇ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਹਨਾਂ ਉਮੀਦਵਾਰਾਂ ਨੂੰ ਹਾਪੁੜ, ਮੇਰਠ, ਸਹਾਰਨਪੁਰ, ਬਰੇਲੀ ਤੇ ਗਾਜ਼ੀਆਬਾਦ ਜ਼ਿਲ੍ਹਿਆਂ ਦੀਆਂ ਸੀਟਾਂ ਤੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਕੇਰਲਾ ਦੇ ਵਿੱਚ 500 ਤੋਂ ਵੱਧ ਵਿਦਿਆਰਥੀਆਂ ਵਾਲੇ 967 ਸਕੂਲਾਂ ਨੂੰ 19 ਜਨਵਰੀ ਤੋਂ ਲੈ ਕੇ 15 ਤੋਂ 18 ਸਾਲ ਉਮਰ ਦੇ ਬੱਚਿਆਂ ਲਈ ਟੀਕਾਕਰਨ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਏਗਾ। ਕੇਰਲਾ ਦੇ ਸਿੱਖਿਆ ਮੰਤਰੀ ਵੀ ਸਿਵਨਕੁਟੀ ਨੇ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਸੂਬੇ ਦੇ ਵਿੱਚ 8.5 ਲੱਖ ਦੇ ਕਰੀਬ ਵਿਦਿਆਰਥੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਜਾਣਗੇ। ਬੈਂਗਲੁਰੂ ਦੇ ਵਿੱਚ 31 ਜਨਵਰੀ ਦੀ ਸਵੇਰੇ 5 ਵਜੇ ਤੱਕ ਖੁੱਲੀਆਂ ਥਾਵਾਂ ਤੇ 200 ਤੋਂ ਵੱਧ ਅਤੇ ਬੰਦ ਥਾਵਾਂ ਤੇ 100 ਤੋਂ ਵੱਧ ਲੋਕਾਂ ਦੀਆਂ ਰੈਲੀਆਂ, ਪ੍ਰਦਰਸ਼ਨਾਂ ਤੇ ਵਿਆਹ ਸਮਾਗਮਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ। ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਜਾਣਕਾਰੀ ਦਿੱਤੀ ਹੈ। ਕੋਰੋਨਾ ਕਰਕੇ ਕੇਰਲਾ ਦਾ 26ਵਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਜੋ ਕਿ 4 ਤੋਂ 11 ਫਰਵਰੀ ਤੱਕ ਹੋਣਾ ਸੀ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੇਰਲਾ ਦੇ ਸੱਭਿਆਚਾਰਕ ਮਾਮਲੇ ਦੇ ਮੰਤਰਾਲੇ ਸਾਜੀ ਚੈਰੀਅਨ ਨੇ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਨੂੰ PR ਸਕੀਮ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਆਪਣੀ ਡਿੱਗਦੀ ਆਰਥਿਕਤਾ ਤੇ ਕੌਮੀ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਅਮੀਰ ਵਿਦੇਸ਼ੀ ਨਾਗਰਿਕਾਂ ਦੀ ਸਥਾਈ ਨਾਗਰਿਕਤਾ ਸਕੀਮ ਨੂੰ ਪੇਸ਼ਕਸ਼ ਦੇਣ ਦਾ ਸਰਕਾਰ ਨੇ ਫੈਸਲਾ ਲਿਆ। ਇਹਦੇ ਵਿੱਚ ਅਮਰੀਕਾ ਤੇ ਕੈਨੇਡਾ ਵਿੱਚ ਰਹਿ ਰਹੇ ਸਿੱਖ ਤੇ ਅਫਗਾਨ ਤੇ ਚੀਨੀ ਨਾਗਰਿਕ ਵੀ ਸ਼ਾਮਿਲ ਹੋ ਸਕਣਗੇ।
सूचना मंत्री फवाद चौधरी ने ट्वीट करके कहा है कि यह नवी स्कीम है जिहड़ी कौमी सुरक्षा नीति नूं ध्यान च रख के तैयार की जा रही है। शुक्रवार नूं रस्मी तौर पर प्रधानमंत्री इमरान खान ने इसका उद्घाटन कर दिता सी ते इस वारी जिहड़ी नवी सुरक्षा नीति है उस दे विच ਜਿਹੜਾ फौजी बल है उसनूं यानी कि हथियारां नूं ਵਧਾਉਣ ते जोर नहीं दिता गया बल्कि लोगों की आर्थिक सुरक्षा जिहड़ी उसनूं मजबूत करन ते जोर दिता गया है। कोरोना वायरस का टीका ना लवाउण वाले दुनिया के नंबर 1 टैनिस खिडारी जिन्हां नूं आस्ट्रेलिया तो कढ दिता गया है ਉਹ नोवाक जोकोविच दुबई पहुंच गए। अमरीत के जहाज राही 13.5 घंटिਆਂ की उड़ान तो बाद मैलबर्न तो इत्थे पहुंचे। उस तो बाद सर्बिया की राजधानी बैलग्रेड की उड़ान दे विच चढ़ते हुए नोवाक जोकोविच नूं देखा गया। ਆਸਟ੍ਰੇਲੀਆ ਦੇ ਵਿੱਚ ਜਿਹੜਾ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਹੋਣਾ ਸੀ ਉਸ ਦੇ ਵਿੱਚ ਨੋਵਾਕ ਨਹੀਂ ਹਿੱਸਾ ਲੈ ਸਕਣਗੇ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੂੰ ਨਹੀਂ ਮਨਜ਼ੂਰ ਕਿ ਕੋਈ ਵੀ ਬਿਨਾਂ ਵੈਕਸੀਨ ਲਵਾਇਆ ਵਿਅਕਤੀ ਸਾਡੇ ਮੁਲਕ ਦੇ ਵਿੱਚ ਦਾਖਲ ਹੋਵੇ। ਸੰਯੁਕਤ ਅਰਬ ਅਮੀਰਾਤ UAE ਤੋਂ ਖਬਰ ਹੈ ਜਿੱਥੇ ਆਬੂ ਧਾਬੀ ਦੇ ਵਿੱਚ ਹੋਏ ਦੋ ਵੱਖ-ਵੱਖ ਧਮਾਕਿਆਂ ਦੇ ਵਿੱਚ 3 ਜਣਿਆਂ ਦੀ ਮੌਤ ਹੋ ਗਈ ਤੇ 6 ਜ਼ਖਮੀ ਹੋ ਗਏ। ਆਬੂ ਧਾਬੀ ਪੁਲਿਸ ਨੇ ਦੱਸਿਆ ਕਿ ਤੇਲ ਟੈਂਕਰਾਂ ਦੇ ਵਿੱਚ ਹੋਏ ਧਮਾਕੇ ਵਿੱਚ 6 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮਾਰੇ ਗਏ ਲੋਕਾਂ ਵਿੱਚ 2 ਭਾਰਤੀ ਤੇ 1 ਪਾਕਿਸਤਾਨੀ ਵਿਅਕਤੀ ਸ਼ਾਮਿਲ ਹੈ। ਆਬੂ ਧਾਬੀ ਹਵਾਈ ਅੱਡੇ ਦੇ ਨੇੜੇ 2 ਧਮਾਕੇ ਹੋਏ ਜਿਸ ਦੀ ਯਮਨ ਅਤੇ ਹੂਤੀ ਬਾਗੀਆਂ ਨੇ ਜ਼ਿੰਮੇਵਾਰੀ ਲਈ। ਆਬੂ ਧਾਬੀ ਪੁਲਿਸ ਨੇ ਦੱਸਿਆ ਕਿ 3 ਤੇਲ ਟੈਂਕਰਾਂ ਵਿੱਚ ਮੁਸੱਫਾ ਖੇਤਰ ਵਿੱਚ ਤੇਲ ਸਟੋਰੇਜ ਕੇਂਦਰ ਦੇ ਨੇੜੇ ਧਮਾਕਾ ਹੋਇਆ ਜਦਕਿ ਇੱਕ ਹੋਰ ਧਮਾਕਾ ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਨਿਰਮਾਣ ਸਥਾਨ ਦੇ ਨੇੜੇ ਹੋਇਆ। ਪੁਲਿਸ ਨੇ ਸ਼ੱਕ ਜਤਾਇਆ ਕਿ ਹਮਲਾ ਡਰੋਨ ਦੇ ਜ਼ਰੀਏ ਕੀਤਾ ਗਿਆ ਹੋ ਸਕਦਾ ਹੈ। ਟੈਕਸਾਸ ਦੇ ਵਿੱਚ ਯਹੂਦੀਆਂ ਨੂੰ ਬੰਦਕ ਬਣਾਇਆ ਗਿਆ ਇਹ ਖਬਰ ਕਾਫੀ ਸੁਰਖੀਆਂ ਦੇ ਵਿੱਚ ਹੈ। ਟੈਕਸਾਸ ਦੇ ਡੱਲਸ ਦੇ ਵਿੱਚ ਇੱਕ ਯਹੂਦੀ ਧਾਰਮਿਕ ਸਥਾਨ ਤੇ 4 ਲੋਕਾਂ ਨੂੰ ਬੰਦਕ ਬਣਾਉਣ ਵਾਲੇ ਵਿਅਕਤੀ ਦੀ FBI ਦੀ ਕਾਰਵਾਈ ਦੇ ਵਿੱਚ ਮੌਤ ਹੋ ਗਈ ਹੈ। FBI ਨੇ ਵਿਅਕਤੀ ਦੀ ਪਛਾਣ 44 ਸਾਲਾ ਬ੍ਰਿਟਿਸ਼ ਨਾਗਰਿਕ ਮਲਿਕ ਫੈਸਲ ਅਕਰਮ ਦੇ ਵਜੋਂ ਕੀਤੀ ਹੈ। शनिवार ਨੂੰ ਕੋਲੀਵਿਲੇ ਦੇ ਵਿੱਚ ਸਵੇਰ ਦੀ ਪ੍ਰਾਰਥਨਾ ਦੌਰਾਨ ਇੱਕ ਵਿਅਕਤੀ ਨੇ ਲੋਕਾਂ ਨੂੰ ਬੰਦਕ ਬਣਾ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਨਾਲ 10 ਘੰਟੇ ਤੱਕ ਮੁਕਾਬਲਾ ਚੱਲਿਆ ਸੀ। ਇਸ ਮੁਕਾਬਲੇ ਦੇ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਸਾਰੇ ਬੰਦਕਾਂ ਨੂੰ ਸੁਰੱਖਿਅਤ ਛੁਡਵਾ ਲਿਆ ਗਿਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਨੂੰ ਅੱਤਵਾਦੀ ਕਾਰਵਾਈ ਦੱਸਿਆ ਤੇ ਹਮਲੇ ਦੀ ਨਿੰਦਿਆ ਕੀਤੀ। ਬਰਤਾਨੀਆ ਦੇ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਇਸ ਨੂੰ ਅੱਤਵਾਦ ਤੇ ਯਹੂਦੀ ਵਿਰੋਧੀਵਾਦ ਨਾਲ ਜੋੜਦੇ ਹੋਏ ਕਿਹਾ ਕਿ ਅਸੀਂ ਨਫ਼ਰਤ ਫੈਲਾਉਣ ਵਾਲਿਆਂ ਦੇ ਖਿਲਾਫ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰੱਖਿਆ ਲਈ ਅਮਰੀਕਾ ਦੇ ਨਾਲ ਖੜੇ ਹਾਂ। ਡੱਲਸ FBI ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਦੇ ਵਿੱਚ ਅਕਰਮ ਤੋਂ ਇਲਾਵਾ ਕਿਸੇ ਹੋਰ ਦੇ ਸ਼ਾਮਿਲ ਹੋਣ ਦੇ ਕੋਈ ਸੰਕੇਤ ਨਹੀਂ ਮਿਲੇ। ਮਲਿਕ ਫੈਸਲ ਅਕਰਮ ਦੇ ਭਰਾ ਨੇ ਪੀੜਤਾਂ ਤੋਂ ਮਾਫੀ ਮੰਗਦਾ ਇੱਕ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਉਹ ਮਾਨਸਿਕ ਤੌਰ ਤੇ ਪੀੜਤ ਸੀ। ईरान के विदेश मंत्रालय ने दस्सिया कि 3 ईरानी डिप्लोमेटा ने जेद्दा सऊदी अरब के विच इस्लामिक सहयोग संगठन OIC के मुख दफ्तर विच अपने अहुदे साम लए ने। हाल ही के सालों में 2 विरोधी मुल्कों दरमियान कूटनीतिक संबंधों की दिशा में एक वड्डा कदम मन्निया जाता है क्योंकि दोवां देशों ने 2016 के विच अपने कूटनीतिक संबंधों नूं तोड़ दिता सी। सऊदी अरब ईरान नूं मध्य पूर्व विच सब तो वड्डा खतरा दसदा रहा पर पिछले साल तो इराकी सरकार ने दोवां मुल्कों विचाले तणाव घट करन दी वड्डी भूमिका निभाई है। ईरान के विदेश मंत्रालय के बुलारे सैयद खतीबजादे ने कहा कि वफद हुण जेदा दे विच है इस्लामिक सहयोग जथेबंदी विच काम कर रहे हैं। दोवां धिरां लई अपने आपो अपने दूतावासां दे विच वफद भेजण दे लई एक चंगी शुरुआत है जिहड़ी ओह दोवां धिरां दे लई हो सकदी है। कहते ਅਸੀਂ बगदाद ਵਿੱਚ चौथे दौर की गलबात दौरान साउदी वफद ਨੂੰ ਲਿਖਤੀ रूप ਚ ਆਪਣੇ ਹਿੱਤਾਂ ਬਾਰੇ ਸੂਚਿਤ ਕੀਤਾ ਸੀ ਤੇ ਜਵਾਬ ਦੀ ਉਡੀਕ ਕਰ ਰਹੇ ਹਾਂ। ਜਾਂਦੇ ਜਾਂਦੇ ਇੱਕ ਦੋ ਖਬਰਾਂ ਤੁਹਾਨੂੰ ਹੋਰ ਦੱਸ ਦਿੰਨੇ ਆ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਟੀਕਾ ਲਵਾਉਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਉੱਥੇ ਹੀ ਟੀਕਾਕਰਨ ਸੰਬੰਧੀ ਕੌਮੀ ਤਕਨੀਕੀ ਸਲਾਹਕਾਰ ਗਰੁੱਪ ਦੇ ਕੋਵਿਡ-19 ਕਾਰਜ ਗਰੁੱਪ ਦੇ ਪ੍ਰਧਾਨ ਡਾਕਟਰ NK ਅਰੋੜਾ ਨੇ ਕਿਹਾ ਕਿ ਭਾਰਤ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ ਵੀ ਸ਼ੁਰੂ ਹੋ ਸਕਦਾ ਹੈ। ਤੇ ਕੋਵਿਡ ਕਰਕੇ ਜਿੱਥੇ ਦੇਸ਼ ਹੀ ਨਹੀਂ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਲੋਕਡਾਊਨ ਲੱਗਿਆ ਰਿਹਾ, ਆਰਥਿਕ ਤੌਰ ਤੇ ਬੜੇ ਵੱਡੇ ਨੁਕਸਾਨ ਲੋਕਾਂ ਦੇ ਹੋਏ ਨੇ ਪਰ ਭਾਰਤ ਦੇ ਅਰਬਪਤੀਆਂ ਦੀ ਕੁੱਲ ਸੰਪत्ति ਵੱਧ ਕੇ ਦੁੱਗਣੀ ਨਾਲੋਂ ਵੀ ਵੱਧ ਹੋ ਗਈ ਹੈ। ਦੁੱਗਣੀ ਹੀ ਨਹੀਂ ਉਸ ਤੋਂ ਵੀ ਵੱਧ ਵਧੀ ਹੈ। 10 ਸਭ ਤੋਂ ਅਮੀਰ ਲੋਕਾਂ ਦੀ ਸੰਪत्ति 25 ਸਾਲਾਂ ਤੱਕ ਦੇਸ਼ ਦੇ ਹਰ ਬੱਚੇ ਨੂੰ ਸਕੂਲੀ ਸਿੱਖਿਆ ਤੇ ਉਚੇਰੀ ਸਿੱਖਿਆ ਦੇਣ ਲਈ ਕਾਫੀ ਹੈ। ਜੇ ਥੋੜਾ ਜਿਹਾ ਹੋਰ ਸੌਖੇ ਤਰੀਕੇ ਨਾਲ ਸਮਝਾ ਦਈਏ ਕਿ ਕਰੋਨਾ ਕਾਲ ਦੇ ਵਿੱਚ ਭਾਰਤ ਦੇ ਅਰਬਪਤੀਆਂ ਦੀ ਸੰਪत्ति ਡਬਲ ਤੋਂ ਵੀ ਉੱਤੇ ਹੋ ਗਈ ਹੈ। ਇੰਨੀ ਜ਼ਿਆਦਾ ਹੋ ਗਈ ਹੈ ਕਿ ਆਉਂਦੇ 25 ਸਾਲਾਂ ਦੇ ਵਿੱਚ ਇਹਨਾਂ ਦੀ ਸੰਪत्ति ਦੇ ਨਾਲ ਭਾਰਤ ਦੇ ਕੱਲੇ ਬੱਚੇ ਨੂੰ 25 ਸਾਲਾਂ ਤੱਕ ਫ੍ਰੀ ਪੜ੍ਹਾਇਆ ਜਾ ਸਕਦਾ ਹੈ।
ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ। ਅਧਿਐਨ ਦੇ ਮੁਤਾਬਿਕ ਇਸ ਦੌਰਾਨ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ 39% ਵੱਧ ਕੇ 142 ਹੋ ਗਈ ਹੈ। ਅਰਬਪਤੀ ਲੋਕ ਨੇ ਜਿਹੜੇ ਇੰਨੇ ਹੋਰ ਜੁੜ ਗਏ ਨੇ। ਵੀਡੀਓ ਕਾਨਫਰੰਸ ਦੇ ਰਾਹੀਂ ਕਰਵਾਇਆ ਗਿਆ ਵਿਸ਼ਵ ਆਰਥਿਕ ਮੰਚ ਦੇ ਦਾਵੋਸ ਏਜੰਡਾ ਸੰਮੇਲਨ ਉਸ ਦੇ ਪਹਿਲੇ ਦਿਨ ਆਕਸਫੈਮ ਇੰਡੀਆ ਦੇ ਸਾਲਾਨਾ ਅਸਮਾਨਤਾ ਸਰਵੇਖਣ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਹ ਵੀ ਕਿਹਾ ਗਿਆ ਕਿ ਜੇਕਰ ਸਭ ਤੋਂ ਅਮੀਰ 10% ਲੋਕਾਂ ਤੇ 1% ਵਾਧੂ ਟੈਕਸ ਲਾ ਦਿੱਤਾ ਜਾਵੇ ਤਾਂ ਦੇਸ਼ ਨੂੰ ਲਗਭਗ 17,70,000 ਵਾਧੂ ਆਕਸੀਜਨ ਦੇ ਸਿਲੰਡਰ ਮਿਲ ਸਕਦੇ ਨੇ। 142 ਭਾਰਤੀ ਅਰਬਪਤੀਆਂ ਦੇ ਕੋਲ ਕੁੱਲ 719 ਅਰਬ ਅਮਰੀਕੀ ਡਾਲਰ ਯਾਨੀ ਕਿ 53 ਲੱਖ ਕਰੋੜ ਤੋਂ ਵੀ ਜ਼ਿਆਦਾ ਸੰਪत्ति ਹੈ ਸਿਰਫ 142 ਜਣਿਆਂ ਕੋਲੇ। ਦੇਸ਼ ਦੇ ਸਭ ਤੋਂ ਅਮੀਰ 98 ਲੋਕਾਂ ਦੀ ਸੰਪत्ति ਸਭ ਤੋਂ ਗਰੀਬ 55 ਕਰੋੜ 50 ਲੱਖ ਲੋਕਾਂ ਦੀ ਕੁੱਲ ਸੰਪत्ति ਦੇ ਬਰਾਬਰ ਹੈ। ਸਭ ਤੋਂ ਅਮੀਰ 98 ਜਣਿਆਂ ਦੀ ਸੰਪत्ति ਹੈ ਜਿਹੜੀ ਉਹ 55 ਕਰੋੜ ਤੋਂ ਕਹਿ ਸਕਦੇ ਹਾਂ ਕਿ 55.5 ਕਰੋੜ ਲੋਕਾਂ ਦੀ ਸੰਪत्ति ਦੇ ਬਰਾਬਰ ਹੈ। ਇਹ ਹੈ ਪਾੜਾ ਅਮੀਰ ਤੇ ਗਰੀਬ ਦੇ ਵਿਚਾਲੇ ਦਾ ਪਾੜਾ। ਇਸ ਮੁਲਕ ਦੇ ਵਿੱਚ ਕਦੇ ਵੀ ਇਹਦੇ ਚ ਬੈਲੈਂਸ ਨਹੀਂ ਹੁੰਦਾ, ਗਰੀਬ ਹੋਰ ਗਰੀਬ ਹੁੰਦਾ ਜਾਂਦਾ ਹੈ ਸਰਕਾਰ ਦੀਆਂ ਨੀਤੀਆਂ ਕਰਕੇ, ਤੇ ਉਸੇ ਨੀਤੀਆਂ ਕਰਕੇ ਅਮੀਰ ਹੋਰ ਅਮੀਰ ਹੁੰਦਾ ਜਾਂਦਾ ਹੈ। ਇਹ ਹੈ ਇੰਬੈਲੈਂਸ, ਇਹ ਹੈ ਇਸ ਮੁਲਕ ਦਾ ਜਿਹੜਾ ਆਰਥਿਕ ਵਿਕਾਸ ਨਾ ਹੋਣ ਦਾ ਇੱਕ ਕਾਰਨ। ਧੰਨਵਾਦ।